ਮਾਤ ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾਵਾਰਿਆ, ਜਿਨੀ ਤੁਧ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ, ਧੰਨ ਧੰਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨਹਰਾ। ਪਰਮ ਸਨਮਾਨਯੋਗ ਗੁਰੂ ਸਵਾਰੇ ਗੁਰਮੁਖ ਸਤਸੰਗੀਓ, ਧੰਨ ਧਰਮ ਰਕਸ਼ਕ ਪਿਤਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਮੁਕੱਦਸ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਪ ਜੀ ਬਹੁਤ ਸ਼ਰਧਾ ਪਿਆਰ ਭਾਵਨਾ ਦੇ ਨਾਲ ਅੱਜ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਉੱਪਰ ਜੁੜ ਬੈਠੇ ਹੋ। ਸਭ ਤੋਂ ਪਹਿਲੋਂ ਆਓ ਕਲਗੀਧਰ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਦੇ ਨਾਲ ਸਾਂਝ ਪਾਈਏ। ਕੋਈ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਾਵਨ ਅਸਥਾਨ ਦੀਆਂ ਬਰਕਤਾਂ ਬਖਸ਼ਿਸ਼ਾਂ ਨੂੰ ਮੰਨਦਿਆਂ ਹੋਇਆਂ ਆਪ ਜੀ ਨੇ ਆਸਾ ਜੀ ਵਾਰ ਦੇ ਸ਼ਬਦ ਕੀਰਤਨ ਬੜੇ ਪ੍ਰੇਮ ਨਾਲ ਸਰਵਣ ਕੀਤੇ ਨੇ। ਉਪਰੰਤ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੋਰਾਂ ਨੇ ਅੱਜ ਦਾ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਵਿਚਾਰ ਦੇ ਅੰਦਰ ਜਿਸ ਸ਼ਬਦ ਦੀ ਵਿਆਖਿਆ ਅੱਜ ਸਾਂਝੀ ਕਰਨੀ ਹੈ ਉਹ ਸਰਵਣ ਕਰਾਇਆ ਹੈ। ਆਓ ਸਭ ਤੋਂ ਪਹਿਲਾਂ ਸਭ ਤੇ ਉੱਪਰ ਗੁਰ ਸ਼ਬਦ ਵਿਚਾਰ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਦੇ ਮਹਾਵਾਕਾਂ ਅਨੁਸਾਰ। ਲੜੀਵਾਰ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾਈਏ ਔਰ ਨਾਲ ਹੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਇਤਿਹਾਸ, ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਮਹਾਨ ਪਵਿੱਤਰ ਦਿਹਾੜੇ ਦੇ ਉੱਪਰ ਉਹਨਾਂ ਦੇ ਇਤਿਹਾਸ ਦੇ ਨਾਲ ਜੁੜੀਏ। ਵਿਚਾਰਾਂ ਦੇ ਨਾਲ ਜੁੜਦੇ ਹੋਏ ਕਰੋ ਮਨ ਬਿਰਤੀਆਂ ਨੂੰ ਇਕਾਗਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੌੜੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਦੀ ਆਪ ਜੀ ਵਿਚਾਰ ਸਰਵਣ ਕਰ ਰਹੇ ਹੋ। ਕੱਲ ਤੱਕ ਆਪ ਜੀ ਨੇ ਇਸ ਵਾਰ ਦੀ ਤੀਸਰੀ ਪੌੜੀ ਦੀ ਵਿਚਾਰ ਸਰਵਣ ਕੀਤੀ ਸੀ। ਅੱਜ ਚੌਥੀ ਪੌੜੀ ਅਤੇ ਨਾਲ ਜੋ ਸ਼ਲੋਕ ਉਚਾਰਨ ਕੀਤੇ ਹਨ ਉਹਨਾਂ ਦੀ ਵਿਚਾਰ ਦੇ ਨਾਲ ਜੁੜਨਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਪੌੜੀ ਦੇ ਅੰਦਰ ਤੇ ਨਾਲ ਹੀ ਸ਼ਲੋਕ ਵੀ ਉਹਨਾਂ ਦੇ ਉਚਾਰਨ ਕੀਤੇ ਹੋਏ ਨੇ। ਹਜ਼ੂਰ ਨੇ ਸਮਝਾਇਆ ਹੈ ਕਿ ਵਾਹਿਗੁਰੂ ਦਾ ਨਾਮ ਸਾਰਿਆਂ ਗੁਣਾਂ ਦੀ ਖਾਣ ਹੈ।
ਨਾਮ ਦੇ ਵਿੱਚ ਸਾਰੇ ਗੁਣ ਤੇ ਸਭ ਵਡਿਆਈਆਂ ਨੇ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਇਹ ਮਾਨੋ ਕਿ ਖਰਚਾ ਹੈ। ਜਿਵੇਂ ਅਸੀਂ ਕਿਤੇ ਕਿਸੇ ਇੱਕ ਸਥਾਨ ਤੋਂ ਦੂਸਰੇ ਅਸਥਾਨ 'ਤੇ ਜਾਂਦੇ ਹਾਂ, ਟ੍ਰੇਨ ਵਿੱਚ, ਬੱਸ ਵਿੱਚ ਜਾਂ ਕਿਸੇ ਵੀ ਸਾਧਨ ਦੇ ਦੁਆਰਾ ਜਾਈਏ, ਤੇ ਰਸਤੇ ਦੇ ਵਿੱਚ ਖਾਣ ਵਾਸਤੇ ਵੀ ਚਾਹੀਦਾ ਹੈ ਤੇ ਸਫ਼ਰ ਵਾਸਤੇ ਵੀ ਚਾਹੀਦਾ ਹੈ ਧਨ। ਮਾਨੋ ਇਹ ਨਾਮ ਪਰਮਾਤਮਾ ਦਾ ਜੀਵਨ ਸਫ਼ਰ ਦਾ ਤੋਸਾ ਹੈ। ਜ਼ਿੰਦਗੀ ਦੇ ਸਫ਼ਰ ਦੀ ਇਹ ਰਾਹ ਖਰਚੀ ਹੈ। ਲੇਕਿਨ ਹਜ਼ੂਰ ਨੇ ਇਸ ਪੌੜੀ ਦੇ ਵਿੱਚ ਸਮਝਾਇਆ ਹੈ ਕਿ ਮਿਲਦਾ ਇਹ ਜਿਹੜਾ ਹੈ ਸਾਧ ਸੰਗਤ ਦੇ ਵਿੱਚੋਂ ਹੈ, ਸੰਗਤ ਤੋਂ ਬਿਨਾਂ ਨਹੀਂ ਮਿਲਦਾ। ਇਸੇ ਕਰਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਦੇ ਵਿੱਚ ਨਿਤਾ ਪ੍ਰਤੀ ਜੁੜਨ ਵਾਸਤੇ ਆਗਿਆ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਸੰਗਤ ਕੇ ਗੁਣ ਬਹੁ ਅਧਿਕਾਈ। ਸੰਗਤ ਦੇ ਬਹੁਤ ਗੁਣ ਨੇ, ਅਧਿਕਾਈ ਬੜੇ ਅਧਿਕ ਨੇ। ਦੇਖੋ ਇੱਕ ਉਦਾਹਰਣ ਪੜ੍ਹ, ਸੂਆ ਗਣਕ ਉਦਾਰੀ। ਸੂਆ ਤੇ ਗਣਕਾ ਦਾ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ। ਜਿਵੇਂ ਤੋਤੇ ਦੇ ਕੋਲੋਂ, ਸੂਏ ਦਾ ਮਤਲਬ ਹੈ ਤੋਤਾ, ਗਣਕਾ ਇੱਕ ਵਿਭਚਾਰਣ ਇਸਤਰੀ ਸੀ। ਭਾਈ ਗੁਰਦਾਸ ਜੀ ਨੇ ਇਸ ਗੱਲ ਨੂੰ ਖੋਲ੍ਹਿਆ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਇਹਨਾਂ ਮਹਾਨ ਬਚਨਾਂ ਦੀ ਵਿਆਖਿਆ ਕਰਦਿਆਂ ਹੋਇਆਂ ਕਿ ਗਣਕਾ ਪਾਪਨ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਅਚਨ ਚੇਤ ਇੱਕ ਸਾਧ ਗਣਕਾ ਦੁਆਰੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿਸਨੂੰ ਦਿੱਤਸ ਤੋਤਾ। ਕਹਿੰਦੇ ਨੇ ਇੱਕ ਸਾਧੂ ਗਣਕਾ ਦੇ ਵਾੜੇ ਤੇ ਜਾ ਖੜਿਆ। ਉਹਨੂੰ ਭੈੜੀ ਮੱਤ ਦੇ ਵਿੱਚ ਗਲਤਾਨ ਦੇਖ ਕੇ, ਵਿਭਚਾਰ ਦੇ ਵਿੱਚ ਲੱਗੀ, ਵਿਸ਼ਿਆਂ ਵਿਕਾਰਾਂ ਦੇ ਵਿੱਚ ਦੇਖ ਕਰਕੇ ਦਇਆ ਆ ਗਈ। ਸਾਧੂ ਹੈ ਹੀ ਉਹ, ਸੰਤ ਹੈ ਹੀ ਉਹ ਜਿਹਦੇ ਅੰਦਰ ਦਇਆ ਹੈ। ਜਿਹਦੇ ਅੰਦਰ ਦਇਆ ਨਹੀਂ ਉਹ ਸਾਧੂ ਸੰਤ ਤੇ ਦੂਰ ਦੀ ਗੱਲ ਹੈ ਕਿ ਇੱਕ ਆਮ ਮਨੁੱਖ ਵੀ ਨਹੀਂ ਹੋ ਸਕਦਾ। ਦਇਆ ਤੋਂ ਬਿਨਾਂ ਮਨੁੱਖੀ ਜੀਵਨ ਜਿਹੜਾ ਹੈ ਜ਼ੀਰੋ ਹੈ। ਇਸੇ ਕਰਕੇ ਹੀ ਹਜ਼ੂਰ ਗੁਰੂ ਨਾਨਕ ਸਾਹਿਬ ਜਦੋਂ ਵੀ ਧਰਮ ਦੀ, ਕਿਸੇ ਆਗੂ ਦੀ, ਕਿਸੇ ਧਾਰਮਿਕ ਸ਼ਖਸੀਅਤ ਦੀ ਗੱਲ ਤੇ ਉਹਦੇ ਗੁਣਾਂ ਦੀ ਗੱਲ ਕਰਦੇ ਨੇ ਤੇ ਸਭ ਤੋਂ ਪਹਿਲਾਂ ਉਹ ਦਇਆ ਦੀ ਗੱਲ ਕਰਦੇ ਨੇ। ਜੇ ਪੰਡਿਤ ਨੂੰ ਕਹਿੰਦੇ ਨੇ ਨਾ ਕਿ ਪੰਡਿਤ ਤੂੰ ਜਿਹੜਾ ਜਨੇਊ ਮੇਰੇ ਗਲ ਵਿੱਚ ਪਾ ਰਿਹਾ ਹੈ, ਇਹਦੀ ਖਾਸੀਅਤ ਕੀ ਹੈ, ਇਹਦੇ ਪਾਇਆਂ ਦੇ ਪਾਉਣ ਦੇ ਨਾਲ ਕੀ ਹਾਸਲ ਹੁੰਦਾ ਹੈ ਤੇ ਨਾ ਪਾਉਣ ਦੇ ਨਾਲ ਕੀ ਨੁਕਸਾਨ ਹੁੰਦਾ ਹੈ। ਉਹ ਕਹਿੰਦਾ ਜੀ ਇਹ ਧਰਮ ਦਾ ਚਿਹਨ ਹੈ। ਤੇ ਹਜ਼ੂਰ ਨੇ ਉੱਥੇ ਕਿਹਾ, ਜਿੱਥੋਂ ਤੱਕ ਮੈਨੂੰ ਸੋਝੀ ਵਾਹਿਗੁਰੂ ਨੇ ਦਿੱਤੀ ਹੈ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਕਹਿੰਦੇ ਜੇ ਤੇਰੇ ਕੋਲ ਦਇਆ ਦੀ ਕਪਾਹ ਵਾਲਾ, ਜਤ ਦੀਆਂ ਗੰਢਾਂ ਜਿਹਨੂੰ ਦਿੱਤੀਆਂ ਹੋਣ, ਸੱਤ ਦੇ ਵੱਟ ਜਿਹਨੂੰ ਚਾੜੇ ਹੋਣ, ਇਹ ਜਨੇਊ ਜੀ ਕਾ, ਇਹ ਜੀ ਦਾ ਜਨੇਊ ਆਤਮੇ ਦਾ ਹੈ ਤਾਂ ਪਾਂਡੇ ਕਤ, ਇਹ ਤੇਰੇ ਕੋਲ ਹੈ ਤਾਂ ਮੈਨੂੰ ਦੇ। ਤੋ ਦਇਆ ਮੂਲ ਹੈ। ਸਾਧੂ ਦੇ ਮਨ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਦਇਆ ਆ ਗਈ ਉਸ ਵਿਭਚਾਰਣ ਦੇ, ਬੇਵਿਚਾਰੀ ਜੀਵਨ ਨੂੰ ਦੇਖ ਕਰਕੇ, ਵਿਸ਼ਿਆਂ ਵਿਕਾਰਾਂ ਵਿੱਚ ਖਚਿਤ ਜੀਵਨ ਨੂੰ ਦੇਖ ਕੇ ਦਇਆ ਆਈ। ਤੇ ਹੁਣ ਉਹਨੇ ਸੋਚਿਆ ਕਿ ਇਹਦਾ ਉਧਾਰ ਕਿਵੇਂ ਕੀਤਾ ਜਾਵੇ। ਇਹੋ ਜਿਹਾ ਬੰਦਾ ਜਿਹੜਾ ਬਹੁਤ ਗਲਤਾਨ ਹੋਵੇ, ਖੁੱਭਿਆ ਹੋਵੇ ਕਿਸੇ ਵਿਸ਼ੇ ਵਿੱਚ, ਕਿਸੇ ਵਿਕਾਰ ਦੇ ਵਿੱਚ, ਉਹਦਾ ਉਧਾਰ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇੱਕ ਕੋਠੇ 'ਤੇ ਬੈਠੀ ਹੋਈ ਬੀਬੀ ਦਾ ਉਧਾਰ ਕਰਨਾ, ਵਿਸ਼ਿਆਂ ਵਿਕਾਰਾਂ ਵਿੱਚ ਡੁੱਬਿਆਂ ਹੋਇਆਂ ਨੂੰ ਤਾਰਨਾ। ਕਹਿੰਦੇ ਨੇ ਉਹਨੇ ਇੱਕ ਜੁਗਤ ਸੋਚੀ। ਉਹਦੇ ਕੋਲ ਤੋਤਾ ਸੀ ਇੱਕ, ਉਹ ਪੜ੍ਹਾਉਂਦਾ ਸੀ ਉਸ ਨੂੰ ਰੱਬ ਦਾ, ਪਰਮੇਸ਼ਰ ਦਾ ਨਾਮ ਜਿਹੜਾ ਸੀ। ਉਦਾਹਰਣ ਦਿੱਤੀ ਹੈ ਵੇਖੋ। ਕਹਿੰਦੇ ਉਹ ਪੜ੍ਹਾਉਂਦਾ ਸੀ ਉਸ ਨੂੰ, ਰਾਮ ਨਾਮ ਦਾ ਨਾਮ ਸਿਖਾਉਂਦਾ ਸੀ ਉਸ ਨੂੰ, ਤੇ ਉਹ ਸਿੱਖਿਆ ਹੋਇਆ ਸੀ, ਜਿਵੇਂ ਬੋਲੋ ਉਵੇਂ ਬੋਲਦਾ ਸੀ। ਉਹਨੇ ਉਸ 'ਤੇ ਦਇਆ ਕਰਕੇ ਉਹ ਤੋਤਾ ਉਸ ਨੂੰ ਦੇ ਦਿੱਤਾ। ਤੇ ਕਹਿੰਦੇ ਨੇ ਕਿ ਉਹਨੂੰ ਕਿਹਾ ਇਹਨੂੰ ਪੜ੍ਹਾਇਆ ਕਰ। ਕਹਿੰਦੇ ਨੇ ਭਾਈ ਸਾਹਿਬ ਜੀ ਕਿ ਉਹਨੂੰ ਪੜ੍ਹਾਉਂਦਿਆਂ
ਇਹਨੂੰ ਰਾਮ ਦਾ ਨਾਮ ਜਿਹੜਾ ਹੈ ਉਹ ਲੈਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਉਹ ਪੜ੍ਹਾਉਂਦਿਆਂ ਉਸ ਗਨਕਾ ਦਾ ਜਿਹੜਾ ਸੀ ਨਾ ਉਹ ਜੀਵਨ ਸੁਧਰ ਗਿਆ, ਉਧਾਰ ਹੋ ਗਿਆ। ਬਈ ਗਈ ਬੈਕੁੰਠ ਬੇਬਾਨ ਚੜ, ਦੁਰਮਿਤ ਵਿੱਚ ਨਾ ਖਾਧੋ ਸਗੋਤਾ। ਫਿਰ ਉਹਨੇ ਭੈੜੀ ਮੱਤ ਵਿੱਚ ਗੋਤਾ ਨਹੀਂ ਖਾਧਾ, ਉਹ ਡੁੱਬੀ ਨਹੀਂ। ਦੁਰਮਤ ਜਿਹੜੀ ਭੈੜੀ ਮੱਤ ਵਿਸ਼ਿਆਂ ਤੇ ਵਿਕਾਰਾਂ 'ਚ ਲੱਗੀ ਸੀ ਉਦੋਂ ਉਹਦੇ ਵਿੱਚੋਂ ਨਿਕਲ ਗਈ। ਉਹਨੇ ਉਹਦੇ ਵਿੱਚ ਗੋਤੇ ਨਹੀਂ ਖਾਧੇ। ਮੁੜ ਕੇ ਜਦੋਂ ਉਹ ਸਮਝ ਗਈ ਸਾਧੂ ਦੇ ਉਪਦੇਸ਼ ਦੇ ਦੁਆਰਾ, ਗੁਰਮੁਖ ਜਨਾਂ ਦੇ ਉਪਦੇਸ਼ ਦੇ ਨਾਲ ਉਹਨੇ ਜੀਵਨ ਦੇ ਪਾਰ ਉਤਾਰੇ ਦੇ ਮਿਸ਼ਨ ਨੂੰ ਸਮਝ ਜਾਣ ਲਿਆ, ਪਾਰ ਹੋ ਗਏ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਬੜੇ ਗੁਣ ਨੇ, ਸੰਗਤ ਕੇ ਗੁਣ ਬਹੁ ਅਧਿਕਾਈ। ਬੜੇ ਸੰਗਤ ਦੇ ਗੁਣ ਨੇ। ਜੇ ਇੱਕ ਤੋਤੇ ਦੀ ਸੰਗਤ ਕਰਕੇ ਇੱਕ ਗਨਕਾ ਦਾ ਉਧਾਰ ਹੋ ਸਕਦਾ ਹੈ, ਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਡੁੱਬੇ ਹੋਏ ਕਿਸੇ ਵੀ ਮਨੁੱਖ ਦਾ ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ, ਰੱਬ ਦੇ ਪਿਆਰਿਆਂ ਦੀ ਭਗਤਾਂ ਸਤਿਗੁਰਾਂ ਦੀ ਸੰਗਤ ਕਰਨ ਦੇ ਨਾਲ ਉਧਾਰ ਹੋ ਸਕਦਾ ਹੈ, ਉਹਦਾ ਜੀਵਨ ਬਦਲ ਸਕਦਾ ਹੈ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਅੱਜ ਦੀ ਇਸ ਪੌੜੀ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਨੇ ਸਿਮਰਤ ਸ਼ਾਸਤਰ ਸੋਧ ਸਭ ਕਿੰਨੇ ਕੀਮ ਨਾ ਜਾਣੀ, ਜੋ ਜਨ ਭੇਟੇ ਸਾਧ ਸੰਗ ਸੋ ਹਰ ਰੰਗ ਮਾਣੀ। ਸਿਮਰਤੀਆਂ ਸ਼ਾਸਤਰ ਸਭ ਚੰਗੀ ਤਰ੍ਹਾਂ ਵੇਖੇ ਨੇ। ਸੋਧ ਦਾ ਮਤਲਬ ਹੈ ਘੋਖੇ ਨੇ, ਸੋਧੇ ਨੇ, ਪੜਤਾਲੇ ਨੇ, ਪੜ੍ਹੇ ਨੇ। ਸਿਮਰਤ ਸ਼ਾਸਤਰ ਸੋਧ ਸਭ ਕਿੰਨੇ ਕੀਮ ਨਾ ਜਾਣੀ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਣਾ ਅਨੁਭਵ ਹੈ, ਜਿਹੜਾ ਸੁਖਮਨੀ ਸਾਹਿਬ ਵਿੱਚ ਵੀ ਤੁਸੀਂ ਸੁਣਦੇ ਹੋ ਕਿ ਸਿਮਰਤੀਆਂ ਸ਼ਾਸਤਰ ਜਿਹੜੇ ਨੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਉਹੀ ਇੱਥੇ ਸਤਿਗੁਰਾਂ ਨੇ ਸਮਝਾਇਆ ਹੈ। ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਆਪ ਜੀ ਵਿਚਾਰ ਆਏ ਹੋ, ਸੁਣ ਆਏ ਹੋ, ਉਹੀ ਗੱਲ ਦੁਬਾਰਾ ਸਤਿਗੁਰੂ ਨੇ ਸਮਝਾਈ ਹੈ। ਕਹਿੰਦੇ ਪੁੱਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਐਸਾ ਕੀਮਤੀ ਹੈ, ਅਮੋਲ ਦਾ ਮਤਲਬ ਹੈ ਜਿਹਦਾ ਮੁੱਲ ਨਾ ਪਾਇਆ ਜਾ ਸਕੇ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਪਰ ਜੇ ਜ਼ਿੰਦਗੀ ਦੇ ਵਿੱਚ ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਜਿਸ ਦਾ ਜਿਉ ਤਿਸ ਮਿਲ ਰਹਿ, ਹਰ ਮਤਸੇ ਮਨ ਆਏ। ਜੇ ਸਤਿਗੁਰੂ ਇਹੋ ਜਿਹਾ ਸਤਿਗੁਰੂ ਮਿਲ ਜਾਵੇ, ਜਿਹੜਾ ਜੀਵਨ ਜੁਗਤ ਸਮਝਾਉਣ ਵਾਲਾ ਹੋਵੇ, ਜਿਹੜਾ ਵਿਸ਼ਿਆਂ ਵਿਕਾਰਾਂ ਤੋਂ ਪਾਰ ਕਰਨ ਵਾਲਾ ਹੋਏ, ਉਸ ਨੂੰ ਸਿੱਖ ਆਪਣਾ ਮਨ ਸੌਂਪ ਦੇ, ਉਹਦੇ ਨਾਲ ਜਿਉ ਮਿਲ ਰਹੇ। ਉਹਦਾ ਮਨ ਸਿੱਖ ਦਾ ਜਿਹੜਾ ਹੈ ਉਸ ਸਤਿਗੁਰੂ ਦੇ ਨਾਲ ਮਿਲਿਆ ਰਹੇ, ਉਹਨੂੰ ਆਪਣਾ ਸਿਰ ਸੌਂਪ ਦੇਵੇ। ਤੇ ਇਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ, ਤੇ ਵਿੱਚੋਂ ਆਪਣੀ ਹਉਮੈ ਨੂੰ ਦੂਰ ਕਰ ਲਵੇ। ਹਉਮੈ ਚਲੀ ਜਾਂਦੀ ਹੈ ਸਤਿਗੁਰੂ ਨੂੰ ਮਿਲ ਕਰਕੇ, ਪਰ ਜਾਂਦੀ ਤਾਂ ਹੀ ਹੈ ਜੇ ਅੰਦਰੋਂ ਮਿਲਿਆ ਹੋਵੇ, ਤੇ ਬਾਹਰੋਂ ਨਹੀਂ। ਇਹ ਮਿਲਣਾ ਜਿਹੜਾ ਹੈ ਇਹ ਉਹਦੇ ਜੀਵਨ ਨੂੰ ਸਫਲ ਕਰ ਦਿੰਦਾ ਹੈ। ਸੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹਰ ਆਪ ਅਮੁੱਲਕ ਹੈ, ਭਾਗ ਤਿੰਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰੀ ਆਪ ਅਮੁੱਲ ਹੈ, ਉਹਦਾ ਨਾਮ ਬੇਸ਼ ਕੀਮਤੀ ਹੈ। ਪਰ ਉਹਨਾਂ ਦੇ ਭਾਗਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਉਹਨਾਂ ਦੇ ਅਮੋਲਕ ਭਾਗ ਬਣ ਜਾਂਦੇ ਨੇ, ਮਣਾ ਮੂੰਹੀ ਭਾਗ ਬਣ ਜਾਂਦੇ ਹਨ। ਤਿੰਨਾਂ ਭਾਗ ਮਣਾ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ, ਜਿਨ੍ਹਾਂ ਦੇ ਪੱਲੇ ਪੈ ਜਾਂਦਾ ਹੈ ਇਹ ਅਮੋਲਕ ਪਰਮਾਤਮਾ ਦਾ ਨਾਮ। ਭਾਵ ਕਿ ਜਿਨ੍ਹਾਂ ਨੂੰ ਇਹਦੀ ਕੀਮਤ ਦੀ ਸਮਝ ਪੈ ਜਾਂਦੀ ਹੈ। ਕੀਮਤ ਦਾ ਮਤਲਬ ਇਹ ਨਹੀਂ ਹੈ ਕਿ ਇਹ ਕੋਈ ਧਨ ਦੌਲਤ ਜਾਂ ਪੈਸਿਆਂ ਦੇ ਇਵਜ਼ਾਨੇ ਦੇ ਉੱਪਰ ਮਿਲਦਾ ਹੈ। ਕੰਚਨ ਸਿਉ ਪਾਈਏ ਨਹੀਂ ਤੋਲ, ਇਹਦਾ ਇੱਕੋ ਹੀ ਇੱਕ ਤਰੀਕਾ ਹੈ, ਮਨ ਦੇ ਰਾਮ ਲਿਆ ਹੈ ਮੋਲ। ਇਹ ਮਨ ਦੇ ਕੇ ਮਿਲਦਾ ਹੈ, ਮਨ ਦੇ ਮੁੱਲ ਨਾਲ, ਆਪੇ ਦੇ ਇਵਜ਼ਾਨੇ ਦੇ ਉੱਪਰ ਸ਼ਰਧਾ ਪ੍ਰੇਮ
ਭਾਵਨਾ ਸਮਰਪਣ ਦੀ ਭਾਵਨਾ ਜਿਹੜੀ ਹੈ, ਉਸ ਭਾਵਨਾ ਦੇ ਇਵਜ਼ਾਨੇ ਦੇ ਉੱਪਰ ਇਹ ਪ੍ਰਾਪਤ ਹੁੰਦਾ ਹੈ। ਤਾਂ ਹੀ ਤੇ ਕਿਹਾ ਭਗਤਾਂ ਨੇ ਕਿ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੇ। ਮੈਂ ਕਿਉਂ ਬਈ ਘਟ ਜਾਵੇ? ਕੋਈ ਕਵੇ ਨਾ ਕਿ ਮੇਰੀ ਪ੍ਰੀਤ ਘਟ ਜਾਵੇ, ਕਿਉਂ ਘਟ ਜਾਵੇ? ਕਹਿੰਦੇ ਕਿਉਂ ਘਟੇ, ਕਿਸ ਤਰ੍ਹਾਂ ਘਟ ਜਾਵੇ? ਕੋਈ ਐਵੇਂ ਕੋਈ ਗਾਜਰਾਂ ਮੂਲੀਆਂ ਦੇ ਭਾਰ ਨਹੀਂ ਲਈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟੇ। ਜੀ ਦਾ ਸੱਟਾ ਕਰਕੇ, ਜੀ ਦਾ ਵਟਾਂਦਰਾ ਕਰਕੇ ਮਹਿੰਗੇ ਪਾ ਲਈ ਹੈ। ਇਹ ਮਹਿੰਗਾ ਪਾ ਹੈ। ਜੀਓ ਦੇਣਾ, ਮਨ ਦੇਣਾ ਜਿਹੜਾ ਹੈ, ਇਹ ਬਹੁਤ ਮਹਿੰਗਾ ਹੈ। ਇਹ ਨਹੀਂ ਦਿੱਤਾ ਜਾਂਦਾ। ਅਸੀਂ ਕੜਾ ਪ੍ਰਸ਼ਾਦ ਕਰਾ ਲਵਾਂਗੇ, ਫੁੱਲ ਚੜਾ ਲਵਾਂਗੇ, ਰੁਮਾਲੇ ਚੜਾ ਲਵਾਂਗੇ ਗੁਰੂ ਨੂੰ, ਪਰ ਮਨ ਭੇਟ ਕਰਨਾ ਬੜਾ ਔਖਾ ਹੈ। ਉਹ ਨਹੀਂ, ਉੱਥੇ ਫਿਰ ਆਪਣੀ ਮੱਤ ਜਿਹੜੀ ਹੈ, ਆਪਣਾ ਲੋਕਾਚਾਰ ਜਿਹੜਾ ਹੈ, ਕਿਉਂਕਿ ਇਹਦਾ ਗੱਲਾਂ ਦਾ ਆਪਣਾ ਗੁਰੂ ਨੂੰ ਅਸੀਂ ਸੌਂਪ ਚੁੱਕੇ ਹਾਂ। ਸਾਡੇ ਸੰਸਕਾਰਾਂ ਤੋਂ ਪਤਾ ਲੱਗੇਗਾ ਨਾ, 4 ਤਰ੍ਹਾਂ ਦੇ ਸਿੱਖ ਦੇ ਸੰਸਕਾਰ ਨੇ, ਜਨਮ ਸੰਸਕਾਰ, ਅੰਮ੍ਰਿਤ ਸੰਸਕਾਰ ਤੇ ਮ੍ਰਿਤਕ ਸੰਸਕਾਰ ਹੈ, ਆਨੰਦ ਸੰਸਕਾਰ ਹੈ। ਇਹਨਾਂ ਸੰਸਕਾਰਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ? ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਸਿੱਖੀ ਜੀਵਨ ਵਿੱਚ ਕੀ ਹੁੰਦਾ ਹੈ? ਗੁਰੂ ਰਾਮਦਾਸ ਮਹਾਰਾਜ ਜੀ ਨੇ 4 ਲਾਵਾਂ ਉਚਾਰਨ ਕੀਤੀਆਂ, ਸਾਨੂੰ ਸੰਸਕਾਰ ਦਿੱਤਾ ਹੈ ਕਿ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਜਿੱਥੇ ਆਪਣੇ ਮਨਾਂ ਨੂੰ ਮਿਲਾਉਂਦਿਆਂ ਹੋਇਆਂ ਇਸਤਰੀ ਪੁਰਖ ਨੇ ਵਾਹਿਗੁਰੂ ਦੇ ਨਾਲ ਅਭੇਦ ਹੋਣਾ ਹੈ, ਹਉਮੈ ਨੂੰ ਦੂਰ ਕਰਨਾ ਹੈ, ਵਿਸ਼ਿਆਂ ਵਿਕਾਰਾਂ ਤੋਂ ਉਪਰਾਮ ਹੋਣਾ ਹੈ, ਬੈਰਾਗ ਪੈਦਾ ਕਰਨਾ ਹੈ, ਅੰਦਰ ਵਿਕਾਰਾਂ ਦੇ ਪ੍ਰਤੀ ਤੋੜ ਵਿਛੋੜ ਦੀ ਭਾਵਨਾ ਅੰਦਰ ਜਗਾਉਣੀ ਹੈ। ਕਿੰਨੇ ਕੁ ਅਸੀਂ ਆਪਣਾ ਮਨ ਦਿੰਦੇ ਹਾਂ? ਸਭ ਤੋਂ ਪਹਿਲੀ ਲਾਮ ਦੇ ਵਿੱਚ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ ਸਿੱਖਿਆ ਹੈ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਕਹਿੰਦੇ ਆ ਜਿਹੜੀ ਬਾਣੀ ਹੈ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਵੀ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਬੋਲ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ, ਜੇ ਕੋਈ ਗੁਰੂ ਦੀ ਬਾਣੀ ਜੋ ਆਖੀ ਉਚਾਰਨ ਕੀਤੀ ਹੋਈ ਹੈ, ਜੇ ਕੋਈ ਸੇਵਕ ਜਨ ਮੰਨ ਲਵੇ ਹਿਰਦੇ ਤੋਂ, ਪ੍ਰਤੱਖ ਤੌਰ ਤੇ ਹਜ਼ੂਰ ਰਾਮਦਾਸ ਪਿਤਾ ਮਹਾਰਾਜ ਕਹਿੰਦੇ ਨੇ, ਨਿਸ਼ਚਾ ਕਰਕੇ ਜਾਣਿਓ, ਮੈਂ ਕੋਈ ਐਵੇਂ ਨਹੀਂ ਕਹਿ ਰਿਹਾ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਪ੍ਰਤੱਖ ਤੌਰ ਦੇ ਉੱਪਰ, ਜ਼ਾਹਰਾ ਤੌਰ ਦੇ ਉੱਪਰ ਉਸ ਨੂੰ ਉਤਾਰ ਦਿੰਦਾ ਹੈ, ਉਹਦੀ ਕਲਿਆਣ ਕਰ ਦਿੰਦਾ ਹੈ। ਪੜ੍ਹਦੇ ਤੇ ਹਾਂ, ਪਰ ਅਸੀਂ ਨਿਸ਼ਚਾ ਕੋਈ ਨਹੀਂ ਕਰਦੇ। ਨਿਸ਼ਚਾ ਤਾਂ ਹੁੰਦਾ ਹੈ ਜੇ ਤਨ ਮਨ ਗੁਰੂ ਨੂੰ ਸੌਂਪਿਆ ਹੋਵੇ। ਮਨ ਵੇਚੇ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਉਸ ਸਿੱਖ ਦੇ ਕਾਰਜ ਰਾਸ ਹੁੰਦੇ ਨੇ ਜਿਹੜਾ ਮਨ ਗੁਰੂ ਨੂੰ ਵੇਚ ਦਿੰਦਾ ਹੈ। ਮਨ ਦੇ ਰਾਮ ਦਿਆ ਹੈ ਮੋਲ, ਮਨ ਦੇ ਕੇ ਲਿਆ ਜਾਂਦਾ ਹੈ। ਇਹ ਕੀਮਤੀ, ਇੰਨਾ ਕੀਮਤੀ ਹੈ ਕਿ ਇਹਦਾ ਨਾ ਕੋਈ ਸੋਨਾ ਮੁੱਲ ਹੈ, ਨਾ ਕੋਈ ਹੀਰਾ ਮੁੱਲ ਹੈ, ਨਾ ਕੋਈ ਚਾਂਦੀ ਧਨ ਦੌਲਤ ਦੁਨੀਆ ਦੀ ਜਿੰਨੀ ਮਰਜ਼ੀ ਰੱਖ ਦਈਏ, ਇਸ ਦੇ ਬਰਾਬਰ ਦੇ ਉੱਪਰ ਮੁੱਲ ਨਾ ਪਾਇਆ ਜਾਏ, ਨਹੀਂ ਪਾਇਆ ਜਾ ਸਕਦਾ। ਇੰਨਾ ਕੀਮਤੀ ਹੈ। ਇਹ ਪਾਇਆ ਜਾਂਦਾ ਹੈ ਕੇਵਲ ਮਨ ਦੇ ਕੇ ਪਾਇਆ ਜਾਂਦਾ ਹੈ। ਇਹ ਕਿਉਂ ਸ਼ਬਦ ਕਹੇ ਨੇ? ਇਹ ਕੀਮਤ ਦਰਸਾਉਣ ਵਾਸਤੇ ਕਹੇ ਨੇ ਕਿ ਇਹ ਨਾ ਸਮਝਿਓ ਕਿ ਕਿਸੇ ਬੰਦੇ ਦੇ ਕੋਲ ਧਨ ਦੌਲਤ ਹੈ, ਉਹਦੀ ਸੰਪਤੀ ਕਰੋੜਾਂ, ਘਰ ਬਾਰ ਧਨ ਜ਼ਮੀਨਾਂ ਜਾਇਦਾਦਾਂ ਹੈ, ਇਸ ਕਰਕੇ ਉਹ ਪ੍ਰਾਪਤ ਕਰ ਲਵੇਗਾ ਆਪਣੀ ਧਨ ਦੌਲਤ ਦੇ ਸਹਾਰੇ ਦੇ ਨਾਲ। ਕਹਿੰਦੇ ਨਾਸ਼ਵੰਤ ਹੈ ਇਹ ਸਹਾਰਾ, ਬਿਨਸਣ ਵਾਲਾ ਹੈ। ਬੜੇ ਬੜੇ ਰਾਜੇ ਮਹਾਰਾਜੇ ਗੁਜ਼ਰ ਗਏ ਪਰ ਪਾ ਨਹੀਂ ਸਕੇ। ਇਹਨੂੰ ਪਾਉਣ ਦਾ ਢੰਗ ਤਰੀਕਾ ਜਿਹੜਾ ਹੈ ਤਨ ਮਨ ਹੀ ਹੈ ਗੁਰੂ ਨੂੰ ਸੌਂਪਣਾ। ਤੋ ਇਹ ਦਰਸਾਉਣ ਵਾਸਤੇ ਕਿ ਇਹ ਬੜਾ ਕੀਮਤੀ ਹੈ। ਹਜ਼ੂਰ ਕਹਿੰਦੇ ਨੇ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੁੱਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਨਾਮ ਅਮੋਲ ਹੈ।
ਇਹ ਕਿਸੇ ਸਿਮਰਤੀ ਸ਼ਾਸਤਰ ਦੇ ਪਾਠ ਜਾਂ ਕਿਸੇ ਵੀ ਹੋਰ ਕਿਸੇ ਵੀ ਤਰ੍ਹਾਂ ਦੀ ਬਰਾਬਰੀ ਨਹੀਂ ਕਰ ਸਕਦਾ। ਕੋਈ ਵੀ ਕਰਮ ਕਾਂਡ ਲੈ ਲਓ, ਕੋਈ ਸਿਮਰਤੀ ਦਾ ਪਾਠ, ਪੁਰਾਣਾ ਦਾ ਪਾਠ ਕਹਿ ਲਓ ਕਿ ਇਹਦੀ ਬਰਾਬਰੀ ਕਰ ਸਕੇਗਾ, ਨਾਮ ਸਿਮਰਨ ਦੀ, ਪਰਮਾਤਮਾ ਦੇ ਨਾਮ ਦੀ ਨਹੀਂ ਕਰ ਸਕਦਾ, ਨਹੀਂ ਪੁੱਜ ਸਕਦਾ। ਤੋ ਇਹ ਕੀਮਤ ਕਿਸੇ ਵਿਰਲੇ ਨੂੰ ਵੀ ਇਸ ਦਾ ਅਹਿਸਾਸ ਹੁੰਦਾ ਹੈ ਕਿ ਇਹ ਬੜਾ ਕੀਮਤੀ ਹੈ। ਸਿਮਰਤ ਸ਼ਾਸਤ ਸੋਧ ਸਭ ਕਿੰਨੇ ਕੀਮ ਨਾ ਜਾਣੀ। ਸਿਮਰਤੀਆਂ ਸ਼ਾਸਤਰ ਸਾਰੇ ਚੰਗੀ ਤਰ੍ਹਾਂ ਵੇਖੇ ਨੇ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ। ਸਿਮਰਤੀਆਂ ਸ਼ਾਸਤਰਾਂ ਨੂੰ ਵੇਖ ਕੇ ਮਹਾਰਾਜ ਕਹਿ ਰਹੇ ਨੇ, ਨਿਰਣਾ ਦੇ ਰਹੇ ਨੇ, ਆਪਣਾ ਅਨੁਭਵ ਸਾਡੇ ਸਾਹਮਣੇ ਰੱਖ ਰਹੇ ਨੇ। ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ। ਜੋ ਜਨ ਭੇਟੇ ਸਾਧ ਸੰਗ ਸੋ ਹਰ ਰੰਗ ਮਾਣੀ। ਪਰ ਜਿਹੜਾ ਸਾਧ ਸੰਗਤ ਦੇ ਵਿੱਚ ਆ ਜਾਂਦਾ ਹੈ, ਜਿਹੜਾ ਗੁਰੂ ਨੂੰ ਮਿਲ ਪੈਂਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਦੀ ਕੀਮਤ ਦਾ ਅਹਿਸਾਸ ਹੋ ਜਾਂਦਾ ਹੈ। ਪਾ ਤੇ ਨਹੀਂ ਸਕਦਾ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁੜੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਕੋਈ ਜਾਣ ਹੀ ਨਹੀਂ ਸਕਦਾ ਤੇਰਾ ਕਿੱਡਾ ਵੱਡਾ ਚੀਰਾ ਹੈ, ਵਿਸਥਾਰ ਹੈ। ਕਿਹੋ ਜਿਹਾ ਹੈ ਤੂੰ, ਕਿੰਨਾ ਤੇਰਾ ਖਲਾਰਾ ਹੈ, ਕੋਈ ਨਹੀਂ ਦੱਸ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸੰਗਤ ਵਿੱਚ ਆ ਜਾਵੇਗਾ ਉਹਨੂੰ ਅਹਿਸਾਸ ਹੋ ਜਾਂਦਾ ਹੈ ਕਿ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਬੇਅੰਤ ਹੈ ਤੂੰ, ਤੇਰੇ ਜਿਹਾ ਹੋਰ ਦੁਨੀਆ ਦੇ ਉੱਪਰ ਕੋਈ ਨਹੀਂ ਹੈ। ਕੀਮਤ ਦਾ ਅਹਿਸਾਸ ਹੋ ਜਾਂਦਾ ਹੈ। ਫਿਰ ਉਹ ਪ੍ਰਭੂ ਦੇ ਪਿਆਰ ਨੂੰ ਮਾਣਦਾ ਹੈ ਸਾਧ ਸੰਗਤ ਵਿੱਚ ਮਿਲ ਕਰਕੇ, ਬੈਠ ਕਰਕੇ। ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ। ਪ੍ਰਭੂ ਦਾ ਸੱਚਾ ਨਾਮ ਕਰਤਾਰ ਅਕਾਲ ਪੁਰਖ ਇਹ ਰਤਨਾ ਦੀ ਖਾਣ ਹੈ, ਇਹ ਸਮੂਹ ਗੁਣਾਂ ਦੀ ਖਾਣ ਹੈ। ਜਿਤਨੇ ਗੁਣ ਹਨ ਇਹ ਸਾਰੇ ਨਾਮ ਦੇ ਵਿੱਚ ਜੁੜਿਆ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ ਨੇ। ਦਇਆ, ਨਿਮਰਤਾ, ਹਲੀਮੀ, ਸਤ, ਸੰਤੋਖ ਇਤਿਆਦਿਕ ਇਹ ਸਾਰੇ ਗੁਣ ਅੰਦਰ ਆ ਕੇ ਵਸ ਜਾਂਦੇ ਨੇ। ਜਿਹੜਾ ਇਸ ਸੱਚੇ ਨਾਮ ਦੀ ਕੀਮਤ ਨੂੰ ਮਹਿਸੂਸ ਕਰ ਲੈਂਦਾ ਹੈ ਔਰ ਇਹ ਆਪਣੇ ਹਿਰਦੇ ਵਿੱਚ ਸਾਧ ਸੰਗਤ ਕਰਦਿਆਂ ਹੋਇਆਂ ਵਸਾ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮਸਤਕ ਹੋਵੇ ਲਿਖਿਆ ਹਰ ਸਿਮਰ ਪ੍ਰਾਣੀ। ਜਿਹਦੇ ਭਾਗਾਂ ਦੇ ਵਿੱਚ ਉਹਦੀ ਯਾਦ ਦੇ ਵਿੱਚ ਜੁੜਨਾ ਲਿਖਿਆ ਹੋਵੇ ਨਾ, ਉਹ ਮਨੁੱਖ ਉਸ ਪ੍ਰਭੂ ਨੂੰ ਸਾਧ ਸੰਗਤ ਵਿੱਚ ਮਿਲ ਕੇ ਸਿਮਰਦਾ ਹੈ, ਜਪਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਤੋਸਾ ਦਿਚੈ ਸੱਚ ਨਾਮ ਨਾਨਕ ਮਹਿਮਾਣੀ। ਮਹਿਮਾਣੀ ਕਹਿੰਦੇ ਨੇ ਪ੍ਰਾਹੁਣਾਚਾਰੀ ਨੂੰ, ਮਹਿਮਾਨ ਨਿਵਾਜੀ। ਜਦੋਂ ਕੋਈ ਘਰ ਪ੍ਰਾਹੁਣਾ ਆਵੇ ਤੇ ਉਸ ਨੂੰ ਉਹਦੀ ਪ੍ਰਾਹੁਣਾਚਾਰੀ ਕੀਤੀ ਜਾਂਦੀ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਘਰ ਦੇ ਵਿੱਚ ਆਟਾ, ਘਿਓ, ਮਿੱਠਾ ਹੁੰਦਾ ਹੈ। ਸਵਾਣੀਆਂ ਘਰ ਦੇ ਵਿੱਚ ਰੋਜ਼ ਪ੍ਰਸ਼ਾਦੇ ਪਕਾ ਕੇ ਉਹਨਾਂ ਚੀਜ਼ਾਂ ਦੇ ਨਾਲ ਆਪਣੇ ਪਰਿਵਾਰ ਨੂੰ ਖਿਲਾਉਂਦੀਆਂ ਨੇ। ਪਰ ਕੋਈ ਪ੍ਰਾਹੁਣਾ ਆ ਜਾਵੇ ਤੇ ਕੀ ਕਰਦੀਆਂ ਨੇ, ਉਹੀ ਚੀਜ਼ਾਂ ਹੁੰਦੀਆਂ ਨੇ, ਉਹਨੂੰ ਹੋਰ ਤਰੀਕੇ ਦੇ ਨਾਲ ਬਣਾ ਕੇ ਪ੍ਰਾਹੁਣਾਚਾਰੀ ਇੱਕ ਖਾਸ ਢੰਗ ਦੇ ਨਾਲ ਭੋਜਨ ਬਣਾ ਕਰਕੇ ਖਾਤਰਦਾਰੀ ਕਰਦੀਆਂ ਨੇ। ਜੈਸੇ ਖਾਂਡ ਘਿਓ ਕ੍ਰਿਤ ਹੋਤ ਘਰ ਹੀ ਵਿਖੇ ਪੈ, ਪ੍ਰਾਹੁਣਾ ਕੇ ਆਏ ਪੂਰੀ ਕਹਿ ਖਵਾਏ ਖਾਈਏ। ਉਹੀ ਆਟਾ ਜਿਹਦੇ ਪ੍ਰਸ਼ਾਦੇ ਪਕਾਉਂਦੀਆਂ, ਪ੍ਰਾਹੁਣਾ ਆ ਜਾਵੇ ਤੇ ਪੂਰੀ ਬਣਾ ਕੇ ਖਵਾਉਂਦੀਆਂ ਨੇ। ਪੂਰੀਆਂ ਵਿਸ਼ੇਸ਼ ਨੇ। ਪ੍ਰਾਹੁਣਾ ਕੇ ਆਏ ਕਹਿ ਪੂਰੀ ਖਵਾਏ ਖਾਈਏ। ਇਸੇ ਤਰ੍ਹਾਂ ਕਹਿੰਦੇ ਨੇ, ਤੈਸੇ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਨੇ, ਗੁਰੂ ਨੇ ਗੁਰਸਿੱਖਾਂ ਦੇ ਪੜ੍ਹਨ ਸੁਣਨ ਤੇ ਪਰਮਾਤਮਾ ਦੇ ਨਾਲ ਲਿਵ ਜੋੜਨ ਦੇ ਲਈ, ਤਿਵੇਂ ਗੁਰੂ ਮਹਾਰਾਜ ਜੀ ਨੇ ਤੈਸੇ
ਗੁਰ ਸਿੱਖ ਮਿਲ ਪੋਥੀ ਬਾਂਧ ਰਾਖੀਐਤ। ਪੜ੍ਹ ਸੁਣ ਸਿੱਖ ਹਰ ਨਾਮ ਲਿਵ ਲਾਈਏ। ਹਰੀ ਨਾਮ ਦੇ ਨਾਲ ਲਿਵ ਲਾ ਜਾਵੇ। ਗੁਰੂ ਨੇ ਬਾਣੀ ਵੀ ਇਸੇ ਤਰ੍ਹਾਂ ਪਰੋਸ ਕੇ ਸਿੱਖ ਦੇ ਅੱਗੇ ਰੱਖੀ ਹੈ। ਪੋਥੀ ਬਾਂਧ ਰਾਖੀਐਤ, ਇਹ ਗੁਰਬਾਣੀ ਜਿਹੜੀ ਹੈ ਇਹ ਮਹਿਮਾਨ ਨਿਵਾਜੀ ਵਾਸਤੇ ਹੈ। ਇਹ ਸਿੱਖ ਦੀ ਪ੍ਰਾਹੁਣਾਚਾਰੀ ਹੈ। ਜਿਹੜੇ ਪਾਤਸ਼ਾਹ ਕਹਿੰਦੇ ਨੇ ਭਲਕੇ ਉੱਠ ਪਰਾਹੁਣਾ ਮੇਰੇ ਘਰ ਆਵੋ, ਇਹ ਉਹ ਪ੍ਰਾਹੁਣੇ ਜਿਹੜੇ ਨੇ, ਇਹ ਸਾਧ ਸੰਗਤ ਵਿੱਚ ਜਿਹੜੇ ਜਿੰਨੇ ਚੱਲ ਕੇ ਆਉਂਦੇ ਨੇ ਸਾਰੇ ਪ੍ਰਾਹੁਣੇ ਨੇ। ਇਹਨਾਂ ਨੂੰ ਭਾਈ ਗੁਰਦਾਸ ਜੀ ਨੇ ਪ੍ਰਾਹੁਣੇ ਕਿਹਾ। ਜਿਵੇਂ ਘਰ 'ਚ ਵਿਸ਼ੇਸ਼ ਮਹਿਮਾਨ ਆਉਂਦੇ ਨੇ, ਗੁਰੂ ਦੇ ਸੰਗਤ ਦੇ ਵਿੱਚ ਇਹ ਸਾਰੇ ਪ੍ਰਾਹੁਣੇ ਨੇ। ਇਸ ਕਰਕੇ ਗੁਰੂ ਇਹਨਾਂ ਦੀ ਪ੍ਰਾਹੁਣਾਚਾਰੀ ਜਿਹੜੀ ਹੈ, ਇਸ ਭੋਜਨ ਤਰ੍ਹਾਂ ਤਰ੍ਹਾਂ ਦੇ ਜਿਹੜੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨੀ ਹੱਥ ਚੜਿਆ ਰਾਮ, ਇਹ ਪਦਾਰਥ ਗੁਰੂ ਨੇ ਰੱਖੇ ਨੇ। ਇਹ ਜਿਹੜਾ ਇਹ ਭੋਜਨ ਅਲੱਭ ਹੈ ਸੰਤੋ, ਇਹ ਅਲੱਭ ਹੈ, ਇਹ ਨਹੀਂ ਲੱਭਿਆ ਜਾਂਦਾ ਕਿਤੇ ਵੀ, ਕਿਸੇ ਹੋਰ ਥਾਂ, ਕਿਸੇ ਦੁਕਾਨ, ਕਿਸੇ ਰੈਸਟੋਰੈਂਟ ਤੇ ਜਾ ਕੇ ਇਹ ਭੋਜਨ ਨਹੀਂ ਮਿਲਣਾ। ਜਿਹੜਾ ਸੱਤਾ ਬਲਵੰਡ ਜੀ ਨੇ ਲਿਖਿਆ ਕਿ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀਏ। ਇਹ ਗੁਰੂ ਸ਼ਬਦ ਦਾ ਲੰਗਰ ਹੈ। ਇਹ ਪ੍ਰਾਹੁਣਾਚਾਰੀ ਵਾਸਤੇ ਜਿਹੜੇ ਪਦਾਰਥ ਹੋਰ ਕਿਤੇ ਨਹੀਂ ਮਿਲਣੇ, ਜਿੱਥੇ ਮਰਜ਼ੀ ਚਲਾ ਜਾਵੇ ਕੋਈ, ਇਹ ਗੁਰੂ ਦੀ ਸੰਗਤ ਦੇ ਵਿੱਚੋਂ, ਇਹ ਗੁਰੂ ਦੇ ਘਰ ਦੇ ਪ੍ਰਾਹੁਣਿਆਂ ਨੂੰ ਹੀ ਮਿਲਦੇ ਹਨ, ਇਹ ਸੰਗਤ ਨੂੰ ਹੀ ਮਿਲਦੇ ਹਨ। ਤੋ ਮਹਾਰਾਜ ਕਹਿੰਦੇ ਨੇ, ਹੇ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ, ਤੋਸਾ ਦਿੱਚੇ ਸੱਚ ਨਾਮ ਨਾਨਕ ਮਹਿਮਾਣੀ। ਕਹਿੰਦੇ ਹੇ ਪ੍ਰਭੂ, ਨਾਨਕ ਦੀ ਖਾਤਰਦਾਰੀ ਇਹ ਹੈ, ਮੇਰੀ ਪ੍ਰਾਹੁਣਾਚਾਰੀ ਇਹ ਹੈ ਕਿ ਆਪਣਾ ਸੱਚਾ ਨਾਮ ਮੈਨੂੰ ਜੀਵਨ ਦੇ ਰਾਹ ਸਫ਼ਰ ਦੇ ਲਈ ਖਰਚਾ ਦੇ ਦਿਓ, ਆਹ ਭੋਜਨ ਦੇ ਦਿਓ ਮੈਨੂੰ, ਆਹ ਤੋਸਾ ਦੇ ਦਿਓ। ਅਸੀਂ ਵੀ ਇਹੀਓ ਮੰਗੀਏ ਗੁਰੂ ਦੇ ਕੋਲੋਂ ਕਿ ਹੇ ਸਤਿਗੁਰੂ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਵੇਹ, ਨਾਨਕ ਚਾਹੋਵੇਹ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਇਹ ਮੰਗਣ ਵਾਲੀ ਚੀਜ਼ ਹੈ, ਸਭ ਨਾਲੋਂ ਸ੍ਰੇਸ਼ਟ ਮੰਗਣਾ। ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਜੇ ਮੰਗਣ ਵਾਲੀ ਚੀਜ਼ ਹਰੀ ਜਸ, ਇਹ ਤੋਸਾ ਜਿਹੜਾ ਹੈ ਜ਼ਿੰਦਗੀ ਦੇ ਰਾਹ ਖਰਚ ਲਈ ਜਿੰਨੇ ਪੱਲੇ ਬੰਨ੍ਹ ਲਿਆ ਨਾ, ਉਹਦੀ ਜ਼ਿੰਦਗੀ ਦਾ ਸਫ਼ਰ ਸੋਹਣਾ ਲੰਘ ਜਾਵੇਗਾ। ਉਹਨੂੰ ਕਿਤੇ ਟੋਟਾ ਨਹੀਂ ਆਉਣ ਲੱਗਾ। ਜਿਹਦੇ ਕੋਲ ਹਰੀ ਨਾਮ ਹੈ, ਜਿਹਦੇ ਕੋਲ ਬਾਣੀ ਹੈ, ਜਿਹਦੇ ਪੱਲੇ ਗੁਰੂ ਦਾ ਸ਼ਬਦ ਹੈ, ਜ਼ਿੰਦਗੀ ਦੇ ਕਿਸੇ ਵੀ ਪੜਾਅ 'ਚ ਚਲਾ ਜਾਵੇ, ਕਿਤੇ ਵੀ ਚਲਾ ਜਾਵੇ, ਕੋਈ ਵੀ ਥਾਂ ਹੋਵੇ, ਇਹ ਤੋਸਾ ਉਹਦੇ ਹਰ ਥਾਂ 'ਤੇ ਕੰਮ ਆਉਂਦਾ ਹੈ, ਉਹਦੀ ਹਰ ਤਰ੍ਹਾਂ ਦੀ ਭੁੱਖ ਨੂੰ ਮਿਟਾਉਂਦਾ ਹੈ। ਸ਼ਲੋਕ ਵਿੱਚ ਪਿਤਾ ਮਹਾਰਾਜ ਕਹਿੰਦੇ ਨੇ, ਡਿਠੜੋ ਹੱਬ ਠਾਏ ਊਣ ਨਾ ਕਾਈ ਜਾਏ। ਮੈਂ ਪ੍ਰਭੂ ਨੂੰ ਹਰ ਥਾਂ 'ਤੇ ਮੌਜੂਦ ਦੇਖਿਆ ਹੈ, ਕੋਈ ਵੀ ਥਾਂ ਉਸ ਤੋਂ ਖਾਲੀ ਨਹੀਂ ਹੈ, ਹਰੇਕ ਜੀਵ ਵਿੱਚ ਉਹ ਪ੍ਰਭੂ ਵਸਦਾ ਹੈ। ਨਾਨਕ ਲੱਦਾ ਤਿੰਨ ਸੁਆਓ, ਜਿਨ੍ਹਾਂ ਸਤਿਗੁਰ ਭੇਟਿਆ। ਲੇਕਿਨ ਮਹਾਰਾਜ ਕਹਿੰਦੇ ਨੇ, ਜੀਵਨ ਦਾ ਮਨੋਰਥ ਪ੍ਰਭੂ ਦਾ ਸਿਮਰਨ ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ। ਇਹ ਤੋਸਾ, ਇਹ ਨਾਮ ਜਿਹੜਾ ਹੈ ਉਹਨਾਂ ਨੂੰ ਹੀ ਮਿਲਿਆ ਹੈ, ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ, ਜਿਨ੍ਹਾਂ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪਿਆ।
ਉਹਨਾਂ ਨੇ ਇਹ ਤੋਸਾ ਲੱਭ ਲਿਆ, ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਹੋ ਗਈ। ਉਹਨਾਂ ਨੇ ਫਿਰ ਸਮਝ ਲਿਆ, ਮਹਾਰਾਜ ਕਹਿੰਦੇ ਨੇ ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਕੇ। ਖੇ ਦਾ ਮਤਲਬ ਹੈ ਦਾ, ਜਗ ਖੇ ਦਾ ਮਤਲਬ ਜਗ ਦਾ, ਦੁਨੀਆ ਦਾ, ਸੰਸਾਰ ਦਾ, ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ ਜਿਵੇਂ ਬਿਜਲੀ ਦੀ ਲਿਸ਼ਕ, ਚਮਕਾਰਾ, ਚਮਕ ਨੂੰ ਲਿਸ਼ਕ ਨੂੰ ਕਹਿੰਦੇ ਨੇ। ਬਿਜਲੀ, ਬਿਜਲੀ, ਦਾਮਨੀ, ਦਾਮਨੀ ਦਾ ਮਤਲਬ ਬਿਜਲੀ, ਦਾਮਨੀ ਚਮਤਕਾਰ, ਬਿਜਲੀ ਦਾ ਲਿਸ਼ਕਾਰਾ। ਜਿਸ ਤਰ੍ਹਾਂ ਬਿਜਲੀ ਦਾ ਵਰਖਾ ਹੋ ਰਹੀ ਹੈ, ਬੱਦਲ ਆਉਂਦੇ ਨੇ, ਬਿਜਲੀ ਚਮਕਦੀ ਹੈ, ਪਰ ਹਰ ਵੇਲੇ ਤਾਂ ਨਹੀਂ ਨਾ ਚਮਕਦੇ ਰਹਿੰਦੇ, ਬਸ ਇੱਕ ਛਿਣ ਦੇ ਵਿੱਚ ਹੀ, ਸਕਿੰਟਾਂ ਦੇ ਵਿੱਚ ਹੀ ਉਹ ਲਿਸ਼ਕ ਨਜ਼ਰ ਆਉਂਦੀ ਹੈ, ਬਸ ਅੱਖ ਚਮਕਦਿਆਂ ਉਸ ਤੋਂ ਬਾਅਦ ਨਹੀਂ ਹੁੰਦੀ। ਬਿਲਕੁਲ ਮਹਾਰਾਜ ਕਹਿੰਦੇ ਨੇ ਜਗਤ ਵੀ ਇੱਦਾਂ ਹੀ ਹੈ, ਬਿਜਲੀ ਦੀ ਚਮਕ ਲਿਸ਼ਕਾਰੇ ਦੀ ਤਰ੍ਹਾਂ ਹੀ ਹੈ ਜਗਤ ਦਾ ਖਿਲਾਰਾ। ਜੋ ਕੁਝ ਵੀ ਧਨ ਦੌਲਤ ਸਰੀਰ ਆਕਾਰ ਨਜ਼ਰ ਆਉਂਦੇ ਹਨ, ਛਿਨ ਪੰਗਰ ਨੇ। ਵਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ। ਪਾਤਸ਼ਾਹ ਕਹਿੰਦੇ ਨੇ ਇਹ ਨਾਨਕ ਉਸ ਮਾਲਕ ਦਾ ਨਾਮ ਜਪਣਾ ਇਹ ਅਸਲ ਚੀਜ਼ ਹੈ। ਵਥ ਸੁਹਾਵੀ, ਵਥ ਵਸਤੂ, ਸੁਹਾਵੀ ਸੋਹਣੀ, ਸਾਏ ਉਹ, ਨਾਨਕ ਨਾਉ ਜਪੰਦੋ ਤਿਸ ਧਣੀ। ਉਸ ਧਣੀ, ਧਣੀ ਦਾ ਮਤਲਬ ਸ਼ਾਹ ਪਰਮਾਤਮਾ। ਜਿਵੇਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਤ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ। ਹੇ ਵਾਹਿਗੁਰੂ ਅਸੀਂ ਜੀਵ ਵਣਜਾਰੇ ਹਾਂ, ਵਪਾਰੀ ਹਾਂ, ਤੇ ਸਾਡਾ ਸ਼ਾਹ, ਸਾਡਾ ਧਣੀ ਜਿਹੜਾ ਹੈ ਤੂੰ ਹੈ। ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਬੜੇ ਧਣੀ ਬਣਾ ਦਿੱਤੇ। ਇਹ ਧਨ, ਇਹ ਦੌਲਤ ਵਾਹਿਗੁਰੂ ਦੇ ਕੋਲੋਂ ਆਪ ਪ੍ਰਾਪਤ ਕੀਤੀ ਤੇ ਅੱਗੇ ਕਈਆਂ ਦੇ ਵਿੱਚ ਵੰਡ ਕਰਕੇ ਇਸ ਧਨ ਦੌਲਤ ਦੇ ਸ਼ਾਹ ਬਣਾ ਦਿੱਤਾ ਜਿਹੜਾ ਪਾਤਸ਼ਾਹ ਦੇ ਨਾਲ ਜੁੜਦਾ ਹੈ। ਜੇਲਮ ਤੋਂ ਸੋਮਾ ਸ਼ਾਹ ਨਾਮ ਦੇ ਇੱਕ ਵਪਾਰੀ ਆ ਕੇ ਦੁਕਾਨ ਪਾ ਲੈਂਦੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਹਰਮੰਦਰ ਸਾਹਿਬ ਸਰੋਵਰ ਦੇ ਕੋਲ। ਤੇ ਉੱਥੇ ਦੁਕਾਨ ਦੇ ਵਿੱਚ ਜਿੱਥੇ ਦੁਕਾਨਦਾਰੀ ਕਰਦੇ ਨੇ ਨਾ, ਜਲਦੀ ਹੀ, ਕਿਉਂਕਿ ਇਹ ਕਿਸੇ ਕੋਲ ਭਾਵਨਾ ਹੁੰਦੀ ਏ ਜਿਹੜਾ ਲੋਭ ਤੇ ਲਾਲਚ ਤੋਂ ਰਹਿਤ ਹੋਵੇ, ਜਿੰਨੇ ਕੁ ਨਾਲ ਗੁਜ਼ਾਰਾ ਹੋਣਾ ਨਾ, ਜਦੋਂ ਕੋਈ ਦੁਕਾਨ ਦੇ ਵਿੱਚ ਉਹਨਾਂ ਕੁ ਸੌਦਾ ਵੇਚ ਲੈਣਾ ਨਾ ਤੇ ਦੁਕਾਨ ਬੰਦ ਕਰਕੇ ਤੇ ਸਰੋਵਰ ਦੀ ਸੇਵਾ ਜਾ ਕੇ ਕਰਨ ਲੱਗ ਪੈਣਾ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਚੱਲ ਰਹੀ ਸੇਵਾ ਦੇ ਵਿੱਚ ਜਾ ਕੇ ਲੱਗ ਜਾਣਾ। ਜਿੰਨਾ ਕੁ ਧਨ ਪਦਾਰਥ ਰੋਜ਼ ਦੇ ਵਾਸਤੇ, ਘਰ ਪਰਿਵਾਰ ਵਾਸਤੇ, ਚਲਾਉਣ ਵਾਸਤੇ ਚਾਹੀਦਾ ਹੈ, ਜਦੋਂ ਉਹਨਾਂ ਕੁ ਹੋ ਜਾਣਾ ਨਾ ਤੇ ਦੁਕਾਨ ਜਿਹੜੀ ਹੈ ਉਹਨੂੰ ਬੰਦ ਕਰ ਦੇਣਾ ਤੇ ਜਾ ਸੇਵਾ ਦੇ ਵਿੱਚ ਲੱਗ ਜਾਣਾ। ਗੁਰੂ ਰਾਮਦਾਸ ਮਹਾਰਾਜ ਉਹਦੇ ਕੋਲ ਜਾਂਦੇ ਨੇ, ਇੱਕ ਦਿਨ ਜਾਂਦੇ ਨੇ। ਜਦੋਂ ਗੁਰੂ ਦੇ ਰਾਹ ਦੇ ਉੱਪਰ ਕੋਈ ਚੱਲਦਾ ਹੈ ਨਾ ਤੇ ਗੁਰੂ ਫਿਰ ਪਰਖ ਪ੍ਰੀਖਿਆ ਵੀ ਉਹਦੀ ਕਰਦਾ ਹੈ। 5-6 ਦਿਨ ਇਤਿਹਾਸ ਨੇ ਲਿਖਿਆ ਹੈ ਕਿ ਲਗਾਤਾਰ ਜਾ ਕੇ ਉਹਦੀ ਸਾਰੀ ਵਟਕ ਲਿਆ ਕੇ ਸੇਵਾ ਦੇ ਵਿੱਚ ਪਾ ਦਿੰਦੇ ਰਹੇ, ਮਜ਼ਦੂਰਾਂ ਨੂੰ, ਸੇਵਕਾਂ ਨੂੰ ਦੇ ਦਿੰਦੇ ਰਹੇ, ਵੰਡ ਦਿੰਦੇ ਰਹੇ, ਜੋ ਕਾਰ ਸੇਵਾ ਚੱਲ ਰਹੀ ਸੀ ਉਹਦੇ ਵਿੱਚ ਪਾ ਦਿੰਦੇ ਰਹੇ ਨੇ। ਆਪ ਜਾ ਕੇ ਦੇ ਕੇ ਆਉਣੀ। ਤੇ ਅਖੀਰਲਾ ਦਿਨ ਜਿਹੜਾ ਇਤਿਹਾਸ ਕਹਿੰਦਾ ਹੈ ਨਾ, ਉਸ ਦਿਨ ਪਾਤਸ਼ਾਹ ਆਪ ਗਏ ਉਹਦੀ ਦੁਕਾਨ ਦੇ ਉੱਪਰ ਜਾ ਕੇ, ਤੇ ਜਾ ਕਰਕੇ ਉਹਨੇ ਸਾਰੀ ਵਟਕ ਪਹਿਲਾਂ ਦੀ ਤਰ੍ਹਾਂ ਮਹਾਰਾਜ ਦੇ ਅੱਗੇ ਜਿਹੜੀ ਸੀ ਉਹ ਢੇਰੀ ਕਰ ਦਿੱਤੀ। ਅਸੀਂ ਤੇ 100 ਵਾਰ ਸੋਚਦੇ ਹਾਂ ਨਾ, ਪਰ ਉਸ ਸਿੱਖ ਦਾ ਹਿਰਦਾ ਜਿਹੜਾ ਸੀ ਇੱਦਾਂ ਦਾ ਸੀ। ਉਹਨੇ ਸਾਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਅੱਗੇ ਉਹ ਆਪਣੀ ਵਟਕ ਜਿਹੜੀ ਸੀ ਢੇਰੀ ਕਰ ਦਿੱਤੀ। ਹਜ਼ੂਰ ਨੇ ਉੱਥੇ ਪਤਾ ਕੀ ਕਿਹਾ? ਉਹਦੇ ਭਾਵਨਾ ਨੂੰ ਵੇਖ ਕਰਕੇ ਉਹਨੇ ਕਿਹਾ, ਸੋਮਾ ਸ਼ਾਹ ਬੇਪਰਵਾਹ। ਕਹਿੰਦੇ ਤੂੰ ਸਾਡਾ ਸ਼ਾਹ ਹੈ ਭਾਈ, ਤੇ ਖੀਸਾ ਤੇਰਾ ਹੱਥ ਮੇਰਾ। ਇਹ ਵੀ ਜਿਹੜਾ ਹੈ ਵਰਦਾਨ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਦਿੱਤਾ। ਸ਼ਾਹ ਦਾ ਵਰਦਾਨ ਜਿਹੜਾ ਹੈ ਇਹ ਉਹਨਾਂ ਦੇ ਪਰਿਵਾਰ ਦੇ ਵਿੱਚ, ਅੱਜ ਪਤਾ ਨਹੀਂ ਕਿਤਨੇ ਸ਼ਾਹ, ਦਿੱਲੀ ਦੇ ਵਿੱਚ ਕਿਤਨੇ ਸ਼ਾਹ ਨੇ, ਇਹ ਸਾਰੇ ਗੁਰੂ ਰਾਮਦਾਸ ਤੇ ਵਰਸੋਏ ਹੋਏ ਨੇ। ਸਤ ਸ਼ਾਹ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ, ਰਾਮ ਰਾਜੇ ਸਭ ਭਾਂਡੇ ਤੁਦੇ ਸਾਜਿਆ, ਵਿੱਚ ਵਸਤ ਹਰ ਥਾਰਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ।
ਕਿਆ ਕੋਈ ਕਰੇ ਵਿਚਾਰਾ। ਗੁਰੂ ਦੇ ਬਚਨ ਤੇ ਪੜ੍ਹ ਕੇ ਵੇਖੀਏ, ਇਹ ਧਨ, ਇਹ ਨਾਮ ਦਾ ਤੋਸਾ ਜਿਹੜਾ ਹੈ ਗੁਰੂ ਦੇ ਕੋਲ, ਤੇ ਜਿਹਨੂੰ ਉਹ ਗੁਰੂ ਦੇ ਦਿੰਦਾ ਹੈ, ਜਿਹਦੇ ਸਿਰ ਤੇ ਹੱਥ ਰੱਖ ਦਿੰਦਾ ਹੈ, ਉਹਦਾ ਜੀਵਨ ਜਿਹੜਾ ਹੈ ਸਫਲ ਹੋ ਜਾਂਦਾ ਹੈ, ਉਹ ਸ਼ਾਹ ਬਣ ਜਾਂਦਾ ਹੈ। ਉਸ ਨੂੰ ਜੀਵਨ ਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ ਬਖਸ਼ਿਸ਼ ਕਰ ਦਿੰਦਾ ਹੈ। ਤੋ ਪਾਤਸ਼ਾਹ ਦੇ ਐਸੇ ਬੜੇ ਵਰਸੋਏ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ, ਜਿਨ੍ਹਾਂ ਨੂੰ ਨਾਮ ਦੀ ਦਾਤ ਦਿੱਤੀ, ਜਿਨ੍ਹਾਂ ਨੂੰ ਇਹ ਸੋਝੀ ਦੇ ਦਿੱਤੀ। ਮਹਾਰਾਜ ਕਹਿੰਦੇ ਨੇ ਨਾਮ ਇੱਕ ਐਸਾ ਵੱਥ ਹੈ, ਸੁਹਾਵੀ ਵੱਥ ਹੈ, ਜਿਹਨੂੰ ਜਪਦਿਆਂ ਹੋਇਆਂ ਧਣੀ ਬਣ ਜਾਂਦਾ ਹੈ। ਨਾਮ ਜਪੰਦੋ ਤਿਸ ਧਣੀ। ਇਹ ਸਿਦਕ ਦੇਣ ਵਾਲੀ ਚੀਜ਼ ਹੈ, ਸਬਰ ਦੇਣ ਵਾਲੀ ਵਸਤ ਹੈ, ਇਹ ਟਿਕੇ ਰਹਿਣ ਵਾਲੀ ਹੈ, ਇਹ ਖਤਮ ਹੋਣ ਵਾਲੀ ਨਹੀਂ ਹੈ। ਇਹ ਮਹਾਰਾਜ ਨੇ ਅੱਜ ਜਿਹੜਾ ਹੈ ਸਾਨੂੰ ਸਮਝਾਉਣਾ ਕੀਤਾ ਹੈ। ਅੱਜ ਦੀਨ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਅਸੀਂ ਸਾਰੇ ਜੁੜੇ ਹਾਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ, ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ। ਉਹਨਾਂ ਦਾ ਜੀਵਨ ਪੂਰਨ ਕਰਾਮਾਤ ਹੈ। ਸੱਤਾ ਬਲਵੰਡ ਜੀ ਨੇ ਉਹਨਾਂ ਦੇ ਜੀਵਨ ਨੂੰ ਉਹਨਾਂ ਦੀ ਸਿਫਤ ਕਰਦਿਆਂ ਪੂਰੀ ਹੋਈ ਕਰਾਮਾਤ ਲਿਖਿਆ ਹੈ। ਇਹ ਕਰਾਮਾਤ ਹੈ ਉਹਨਾਂ ਦਾ ਜੀਵਨ। ਆਪ ਸਿਰਜਣਹਾਰੇ ਤਾਰਿਆ, ਜਿਨ੍ਹਾਂ ਨੂੰ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ, ਜਿਨ੍ਹਾਂ ਨੂੰ ਆਪ ਸਵਾਰਿਆ ਹੋਵੇ। ਗੁਰੂ ਪਿਤਾ ਮਹਾਰਾਜ ਜੀ ਨੇ ਲਾਹੌਰ ਚੂਨਾ ਮੰਡੀ ਵਿਖੇ ਉਹਨਾਂ ਦਾ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ, ਆਪ ਧਰਿਆ ਜਿਨ੍ਹਾਂ ਡਿੱਠਾ, ਤਿੰਨਾਂ ਪਿੱਛੇ ਲਏ ਛਡਾਏ। ਉਹ ਧਰਤੀ ਲਾਹੌਰ ਦੀ ਧਰਤੀ, ਚੂਨਾ ਮੰਡੀ ਲਾਹੌਰ ਵਿਖੇ ਸਤਿਗੁਰਾਂ ਨੇ ਪ੍ਰਕਾਸ਼ ਧਾਰਨ ਕੀਤਾ। ਮਾਤਾ ਦਇਆ ਕੌਰ ਜੀ ਦੇ ਪਵਿੱਤਰ ਪਾਵਨ ਕੁੱਖ ਤੋਂ ਉਹਨਾਂ ਨੇ ਇਸ ਧਰਤੀ ਦੇ ਉੱਪਰ ਪ੍ਰਕਾਸ਼ ਧਾਰਿਆ 7 ਸਾਲ ਦੀ ਆਯੂ ਦੇ ਵਿੱਚ। ਸਭ ਤੋਂ ਵੱਡੇ ਪੁੱਤਰ ਸਨ। 12 ਸਾਲ ਬਾਅਦ ਹਰਦਾਸ ਜੀ ਮਹਾਰਾਜ ਬਹੁਤ ਮਹਾਂਪੁਰਖ ਸਨ, ਬਾਬਾ ਠਾਕੁਰ ਸਿੰਘ ਜੀ ਦੇ ਸੁਪੁੱਤਰ ਸਨ। ਤੇ ਇਤਿਹਾਸ ਨੇ ਲਿਖਿਆ ਬੜੀ ਦਾਦੀ ਦਾਦਾ ਵੀ ਬੜੀ ਭਗਤੀ ਤੇ ਭਾਵਨਾ ਵਾਲੇ ਸਨ। ਲੋਚਦੇ ਸਨ ਕਿ ਉਹਨਾਂ ਦੇ ਘਰ ਕੋਈ ਐਸੀ ਔਲਾਦ ਆਵੇ ਜੋ ਉਹਨਾਂ ਦਾ ਨਾਮ ਰੌਸ਼ਨ ਕਰੇ। ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ। ਤੇ ਉਹਨਾਂ ਦੇ 2 ਪੁੱਤਰ ਸਨ, ਜਿਨ੍ਹਾਂ ਤੋਂ ਦੂਜੇ ਹਰਦਾਸ ਜੀ ਸਨ, ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਸਤਿਗੁਰਾਂ ਨੇ ਪ੍ਰਕਾਸ਼ ਧਾਰਨ ਕੀਤਾ। ਅੱਜ ਦੇ ਦਿਹਾੜੇ ਦੇ ਉੱਪਰ ਇਤਿਹਾਸ ਕਹਿੰਦਾ ਹੈ 12 ਸਾਲ ਬਾਅਦ ਪ੍ਰਕਾਸ਼ ਹੋਇਆ ਇਸ ਜੋੜੇ ਦੇ ਘਰ। ਵਾਹਿਗੁਰੂ ਨੇ ਗੁਰੂ ਰਾਮਦਾਸ ਪਰਮੇਸ਼ਰ ਦੇ ਸਵਰੂਪ ਧਾਰਨ ਕੀਤਾ ਪ੍ਰਕਾਸ਼। ਤੇ ਨਾਮ ਜਿਹੜਾ ਸੀ ਪਹਿਲੀ ਔਲਾਦ ਹੋਣ ਕਰਕੇ ਜੇਠਾ ਪ੍ਰਚਲਿਤ ਹੋਇਆ। ਨਾਮ ਤੇ ਰਾਮਦਾਸ ਜੀ ਰੱਖਿਆ। ਪ੍ਰਭੂ ਪਰਮੇਸ਼ਰ ਦੇ ਨਾਮ ਦੇ ਉੱਪਰ, ਵਾਹਿਗੁਰੂ ਦੇ ਸੇਵਕ ਦੇ ਨਾਮ ਦੇ ਉੱਪਰ। ਲੇਕਿਨ ਵੱਡੇ ਹੋਣ ਕਰਕੇ ਉਹਨਾਂ ਤੋਂ 2 ਸਾਲ ਬਾਅਦ ਭਰਾਤਾ ਦਾ ਜਨਮ ਹੋਇਆ, ਜਿਨ੍ਹਾਂ ਦਾ ਨਾਮ ਹਰਦਿਆਲ ਜੀ ਸੀ। ਤੇ ਇੱਕ ਭੈਣ ਉਸ ਤੋਂ ਬਾਅਦ ਉਹਨਾਂ ਦਾ ਨਾਮ ਰਮਦਾਸੀ ਕਰਕੇ ਪ੍ਰਸਿੱਧ ਹੋਇਆ ਜਗਤ ਦੇ ਵਿੱਚ। ਇਹ 3 ਪਰਿਵਾਰ, ਪਹਿਲੇ ਜੇਠਾ ਜੀ ਸ਼੍ਰੀ ਰਾਮਦਾਸ ਜੀ, ਉਹਨਾਂ ਤੋਂ ਛੋਟੇ ਹਰਦਿਆਲ ਜੀ, ਤੇ ਉਹਨਾਂ ਤੋਂ ਛੋਟੀ, ਸਭ ਤੋਂ ਛੋਟੀ ਭੈਣ ਜਿਹਦਾ ਨਾਮ ਰਮਦਾਸੀ ਸੀ। 7 ਸਾਲ ਦੀ ਜਦੋਂ ਆਯੂ ਹੋਈ, ਤੁਸੀਂ ਇਤਿਹਾਸ ਜਾਣਦੇ ਹੋ, ਪੜ੍ਹਿਆ, ਕਈ ਵਾਰ ਸੁਣਿਆ ਹੈ, ਮਾਤਾ ਪਿਤਾ ਵਾਰੀ ਵਾਰੀ ਹੁਕਮ ਸੱਤ ਕਰਕੇ। ਐਸਾ ਸਮਾਂ ਆ ਗਿਆ ਪਰਿਵਾਰ ਦੇ ਉੱਪਰ, ਇੰਨੀ ਛੋਟੀ ਆਯੂ ਦੇ ਵਿੱਚ 7 ਸਾਲ ਦੀ ਆਪਣੀ ਆਯੂ ਸੀ, 5 ਸਾਲ ਦੇ ਭਰਾ ਸਨ ਤੇ 3-4 ਸਾਲ ਦੀ ਭੈਣ ਹੋਵੇਗੀ। ਇਤਿਹਾਸ ਕਹਿੰਦਾ ਹੈ ਲੋਕ ਜਿਹੜੇ ਸਨ ਪਰਚਾਉਣੀ ਕਰਨ ਆ ਰਹੇ ਸਨ, ਦੁੱਖ ਵੰਡਾਉਣ ਵਾਸਤੇ ਆ ਰਹੇ ਸਨ, ਸਾਂਝਾ ਕਰਨ ਵਾਸਤੇ, ਸ਼ੋਕ ਕਰਨ ਵਾਸਤੇ ਪਹੁੰਚ ਰਹੇ ਸਨ। ਨਾਨੀ ਮਾਂ ਜਿਹੜੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੇ
ਬਾਸਰ ਕੇ ਜੋ ਅਸਥਾਨ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ, ਉੱਥੇ ਸਨ ਨਾਨਕੇ ਮਹਾਰਾਜ ਦੇ। ਉੱਥੋਂ ਚੱਲ ਕੇ ਆਈ, ਦੇਖਿਆ ਕੁਛ ਦਿਨ, ਆਪਣੀ ਧੀ ਵੀ ਚੜ੍ਹਾਈ ਕਰ ਗਈ, ਦਮਾਦ ਵੀ। ਹੁਣ ਇਹ ਬੱਚੇ ਜਿਹੜੇ ਨੇ ਇਹ ਉਹਨਾਂ ਦੇ ਸਾਹਮਣੇ ਨੇ। ਥੋੜ੍ਹੇ ਸਮੇਂ ਦੇ ਵਿੱਚ ਜਦੋਂ ਕੁਝ ਕੁ ਸਮਾਂ ਰਹੇ ਉੱਥੇ, ਦੇਖਿਆ ਉਹਨਾਂ ਨੇ ਕਿ ਪਰਿਵਾਰ ਦੇ ਵਿੱਚੋਂ, ਸ਼ਰੀਕੇ ਦੇ ਵਿੱਚੋਂ ਕੋਈ ਵੀ ਅੱਗੇ ਵੱਧ ਕੇ ਇਹ ਨਹੀਂ ਕਹਿਣ ਆਇਆ ਕਿ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਇਹਨਾਂ ਬੱਚਿਆਂ ਦੀ, ਅਸੀਂ ਜ਼ਿੰਮੇਵਾਰ ਹਾਂ, ਅਸੀਂ ਇਹਨਾਂ ਦਾ ਪਾਲਣ ਪੋਸ਼ਣ ਜਿਹੜਾ ਹੈ ਉਹ ਕਰਾਂਗੇ, ਸਾਡੀ ਜ਼ਿੰਮੇਵਾਰੀ ਹੈ। ਕੋਈ ਜ਼ਿੰਮੇਵਾਰ ਬਣਨ ਵਾਸਤੇ ਅੱਗੇ ਨਾ ਆਇਆ। ਨਾਨੀ ਮਾਂ ਨੇ ਤੁਰੰਤ ਫੈਸਲਾ ਲਿਆ ਕਿ ਹੁਣ ਇਸ ਤੋਂ ਬਿਨਾਂ ਚਾਰਾ ਨਹੀਂ ਹੈ ਕਿ ਇਹਨਾਂ ਨੂੰ ਮੈਂ ਆਪਣੇ ਨਾਲ ਲੈ ਜਾਵਾਂ। ਲੇਕਿਨ ਉੱਥੇ ਹੀ ਕਹਿੰਦੇ ਨੇ ਕਿ ਲਾਹੌਰ ਤੋਂ ਹੀ ਸ਼੍ਰੀ ਰਾਮਦਾਸ ਮਹਾਰਾਜ ਜੀ ਨੇ ਘੁੰਗਣੀਆਂ ਜਿਹੜੀਆਂ ਸਨ ਉਹ ਵੇਚ ਕੇ ਆਪਣਾ ਜਿਹੜਾ ਹੈ ਪਰਿਵਾਰ ਦਾ ਆਪਣਾ ਰੁਜ਼ਗਾਰ ਜਿਹੜਾ ਸੀ ਉਹ ਪ੍ਰਾਰੰਭ ਕਰ ਲਿਆ ਸੀ। ਉੱਥੋਂ ਮਾਂ ਦੇ ਨਾਲ ਚੱਲ ਕਰਕੇ, ਨਾਨੀ ਮਾਂ ਦੀ ਉਂਗਲ ਨਾਲ ਲੱਗ ਕਰਕੇ ਬਾਸਰ ਕੇ ਆ ਗਏ ਸਨ। ਲੋਕ ਦੇਖ ਰਹੇ ਸਨ ਲਾਹੌਰ ਦੇ ਕਿ 7 ਸਾਲ ਦੀ ਆਯੂ ਦੇ ਜੇਠਾ ਜੀ, ਉਹਨਾਂ ਦੇ ਛੋਟੇ ਭਰਾ ਤੇ ਭੈਣ ਘਰ ਨੂੰ ਤਾਲੇ ਮਾਰੇ ਨੇ, ਤਾਲੇ ਮਾਰ ਕੇ ਜਿੰਦੇ ਮਾਰ ਕਰਕੇ ਆਖਰੀ ਵਾਰ ਮੁੜ ਕੇ ਦੇਖ ਰਹੇ ਨੇ। ਕੋਈ ਕਹਿੰਦਾ ਸੀ ਹੁਣ ਕੀ ਬਣੇਗਾ ਜੇਠੇ ਦਾ, ਕੋਈ ਕਹਿੰਦਾ ਸੀ ਇਹ ਘਰੋਂ ਨਾ ਇਹਨਾਂ ਦਾ ਘਰ, ਨਾ ਇਹ ਇਹਨਾਂ ਦੀ ਪਾਲਣ ਪੋਸ਼ਣ ਕਰਨ ਵਾਲਾ, ਇਹਨਾਂ ਦਾ ਰੁਜ਼ਗਾਰ ਉਹ ਕਿਵੇਂ ਚੱਲੇਗਾ, ਕੌਣ ਰੋਟੀ ਦੇਵੇਗਾ, ਕੌਣ ਖਾਣਾ ਦੇਵੇਗਾ, ਇਹਨਾਂ ਦੇ ਵਿਆਹ ਕੌਣ ਕਰੇਗਾ। ਇਹਨਾਂ ਨਹੀਂ ਸੀ ਪਤਾ ਕਿ ਅੱਜ ਇਸ ਘਰ ਨੂੰ ਤਾਲੇ ਲੱਗ ਰਹੇ ਨੇ ਤੇ ਇਹਨਾਂ ਨੇ ਇਹੋ ਜਿਹਾ ਘਰ ਬਣਾਉਣਾ ਹੈ ਜਿੱਥੇ ਜ਼ਿੰਦਗੀ ਭਰ ਹਜ਼ਾਰਾਂ ਲੱਖਾਂ ਸਾਲਾਂ ਤੱਕ ਵੀ ਜਿਸ ਘਰ ਦੇ ਦਰਵਾਜ਼ੇ ਕਦੀ ਬੰਦ ਨਹੀਂ ਹੁੰਦੇ, ਤੇ ਉਹ ਘਰ ਜਿੱਥੇ ਕੇਵਲ ਗੁਰੂ ਰਾਮਦਾਸ ਜੀ ਨਹੀਂ ਪੂਰੀ ਦੁਨੀਆ ਦੇ ਲੋਕ ਆ ਕੇ ਨਤਮਸਤਕ ਹੋਣਗੇ। ਉਹ ਘਰ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ, ਅੱਜ ਇਸ ਘਰ ਨੂੰ ਦੇਖ ਕੇ ਲੋਕ ਸੋਚ ਰਹੇ ਸਨ, ਕੁਸਰ ਮੁਸਰ ਕਰ ਰਹੇ ਸਨ ਇੱਕ ਦੂਜੇ ਨਾਲ, ਇਹਨਾਂ ਨੂੰ ਰਿਜ਼ਕ ਕੌਣ ਦੇਵੇਗਾ। ਰਿਜ਼ਕ ਦੇਣ ਵਾਲਾ ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਇਹੋ ਜਿਹਾ ਗੁਰੂ ਮਿਲਣ ਵਾਲਾ ਹੈ। ਆਨੰਦ ਕਾਰਜਾਂ ਦੀ ਗੱਲ ਚੱਲੀ ਤੇ ਉਹਨਾਂ ਤੋਂ ਬਿਨਾਂ ਗੁਰੂ ਪਿਆਰਿਓ ਆਨੰਦ ਕਾਰਜ ਹੀ ਨਹੀਂ ਸਿੱਖਦਾ ਹੁੰਦਾ। ਇਹ ਲੋਕ ਗੱਲਾਂ ਕਰ ਰਹੇ ਸਨ, ਆ 2 3 4 ਗੱਲਾਂ ਉੱਥੇ ਖੜੇ ਖੜੇ ਲੋਕ ਕਰ ਰਹੇ ਸਨ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਗੁਰੂ ਜਿਨ੍ਹਾਂ ਨੂੰ ਉਹ ਬਾਲਕ ਸਮਝ ਰਹੇ ਸਨ, ਵਿਚਾਰਾ ਸਮਝ ਰਹੇ ਸਨ, ਉਹਨਾਂ ਦੀ ਬਾਣੀ ਤੋਂ ਬਿਨਾਂ ਸਿੱਖ ਦਾ ਆਨੰਦ ਕਾਰਜ ਸੰਭਵ ਨਹੀਂ ਹੈ। ਗ੍ਰਸਥ ਜੀਵਨ ਹੀ ਉਹਨਾਂ ਦੀ ਬਾਣੀ ਦੇ ਨਾਲ ਸਿੱਖ ਦਾ ਪ੍ਰਾਰੰਭ ਹੋਣਾ ਹੈ। ਚਲੇ ਗਏ। ਇਹ ਗੱਲ ਨੂੰ ਜਿਹੜਾ ਹੈ, ਇਸ ਭਾਵਨਾ ਨੂੰ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਹੈ। ਕਹਿੰਦੇ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਸਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ, ਤੇ ਕਾਫੀ ਸਮਾਂ ਇਕਾਂਤ ਦੇ ਵਿੱਚ ਰਹੇ, ਉੱਥੇ ਉਹ ਬਾਣੀ ਉਚਾਰਦੇ ਰਹੇ। ਆ ਜਿਹੜਾ ਸੱਚਖੰਡ ਦਰਬਾਰ ਸਾਹਿਬ ਜਿੱਥੇ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਨੇ ਬਾਅਦ ਵਿੱਚ ਉਸਾਰਿਆ, ਉਦੋਂ ਨਹੀਂ ਸੀ। ਇੱਥੇ ਆਣ ਕੇ ਰੋਜ਼ ਜਿਹੜਾ ਪਾਤਸ਼ਾਹ ਜੀ ਦਾ ਅਸਥਾਨ ਗੁਰੂ ਕਾ ਚੱਕ ਪਹਿਲਾਂ ਵਸਾਇਆ। ਇਹ ਜਗ੍ਹਾ ਜਿਹੜੀ ਹੈ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ ਹੈ। ਗੁਰੂ ਅਮਰਦਾਸ ਪਿਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਇਹ ਨਗਰੀ ਜਿਹੜੀ ਹੈ ਵਸਾਈ ਗਈ ਹੈ। ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਵਿਚਾਰਦੇ ਸਨ ਤੇ ਆਖਿਆ ਸੀ ਉਹਨਾਂ ਨੇ, ਸਾਖੀਕਾਰ ਲਿਖਦੇ ਨੇ ਕਿ ਪੁਰਖਾ ਜਗਤ ਦੇ ਵਿੱਚ ਅਸੀਂ ਇੱਕ ਐਸਾ ਅਸਥਾਨ ਬਣਾਉਣਾ ਲੋਚਦੇ ਹਾਂ ਜਿੱਥੇ ਪ੍ਰਭੂ ਦੀ ਸਿਫਤ ਸਲਾਹ ਕੇਵਲ ਵਾਹਿਗੁਰੂ ਨਿਰੰਕਾਰ ਦੀ ਵਡਿਆਈ ਹੋਵੇ। ਉਹ ਘਰ, ਉਹ ਦਰ ਜਿੱਥੇ ਕਿਸੇ ਨੂੰ ਰੋਕ ਟੋਕ ਨਾ ਹੋਵੇ, ਕਿੱਥੇ ਜਾਤ ਪਾਤ ਦਾ ਬੰਧਨ ਨਾ ਹੋਵੇ। ਇੱਕ ਉਚੇਰਾ ਇਹੋ ਜਿਹਾ ਅਸਥਾਨ ਜਿੱਥੇ ਰਹਿੰਦੀ ਦੁਨੀਆ ਤੱਕ ਮਾਲਕ ਦੀ ਸਿਫਤ ਸਲਾਹ ਜਿਹੜੀ ਹੈ ਉਹ ਹੁੰਦੀ ਰਹੇ। ਇਸ ਕਰਕੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਸੀ ਤੇ ਉਹਨਾਂ ਨੇ ਪਹਿਲਾਂ
ਇਹ ਜਿਹੜਾ ਆਪਣਾ ਅਸਥਾਨ, ਜਿੱਥੇ ਤੁਸੀਂ ਗੁਰੂ ਕੇ ਮਹਿਲ ਜਿਹੜਾ ਅਸਥਾਨ ਹੈ, ਇਹ ਗੁਰੂ ਕੇ ਜਿਹੜੇ ਗੁਰੂ ਕਾ ਚੱਕ ਕਿਹਾ ਜਾਂਦਾ ਹੈ, ਰਾਮਦਾਸ ਚੱਕ ਜਿਹੜਾ ਸੀ ਇਸ ਨਾਮ ਦਾ ਪਹਿਲਾਂ। ਫਿਰ ਸਰੋਵਰ ਦੀ ਉਸਾਰੀ ਹੋਈ ਤੇ ਅੰਮ੍ਰਿਤਸਰ ਸਰੋਵਰ ਜਿਹੜਾ ਨਾਮ ਜਿਹੜਾ ਹੈ ਬਾਅਦ ਦੇ ਵਿੱਚ ਇਸ ਅਸਥਾਨ ਦਾ ਪਿਆ। ਕਿਸੇ ਸਾਖੀਕਾਰਾਂ ਨੇ ਲਿਖਿਆ ਕਿ ਪਹਿਲਾਂ ਪਾਤਸ਼ਾਹ ਜੀ ਨੇ ਅਮਰਦਾਸਪੁਰ ਰੱਖਿਆ ਗਿਆ, ਇਹ ਵੀ ਮੈਕਾਲਫ ਨੇ ਲਿਖਿਆ ਹੈ। ਖੈਰ, ਇਤਿਹਾਸਕਾਰਾਂ ਦੀਆਂ ਵੱਖਰੀਆਂ ਆਪਣੀਆਂ ਰਾਏ ਨੇ, ਪਰ ਜੋ ਵੀ ਹੈ ਪਾਤਸ਼ਾਹ ਜੀ ਨੇ ਇਸ ਅਸਥਾਨ, ਇਹ ਨਵੇਕਲਾ ਅਸਥਾਨ ਜਿਹੜਾ, ਇਹਦੀ ਜਦੋਂ ਰਚਨਾ ਕੀਤੀ ਤੇ ਉੱਥੋਂ ਆਪਣੇ ਅਸਥਾਨ ਤੋਂ ਚੱਲ ਕੇ ਆਉਂਦੇ, ਰੋਜ਼ ਅੰਮ੍ਰਿਤ ਵੇਲੇ ਸਵੇਰ ਉੱਠਦੇ, ਪਹਿਰ ਰਾਤ ਰਹਿੰਦੀ, ਇਸ਼ਨਾਨ ਕਰਕੇ ਤੇ ਇਸ ਅਸਥਾਨ ਤੇ ਜਿੱਥੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ, ਇੱਥੇ ਜੁੜਦੇ, ਸੰਗਤਾਂ ਜੁੜਦੀਆਂ, ਬੈਠਦੀਆਂ, ਰੱਬੀ ਬਾਣੀ ਦਾ ਕੀਰਤਨ ਹੁੰਦਾ, ਪ੍ਰਭੂ ਦੇ ਨਾਲ ਸੁਰਤ ਜੋੜਦੇ। ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਤੋਂ ਹੀ ਆਰੰਭ ਹੋ ਗਿਆ ਸੀ। ਅੱਜ ਜਿਹੜੀਆਂ ਚੌਂਕੀਆਂ ਨੇ, 7 ਰਬਾਬੀਆਂ ਦੀਆਂ ਚੌਂਕੀਆਂ ਨੇ, ਰਾਗੀਆਂ ਦੀਆਂ ਚੌਂਕੀਆਂ ਨੇ, ਇਹ ਸਭ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੈ, ਜਿਹੜੀਆਂ ਕੀਰਤਨ ਦੀਆਂ ਸ਼ਹਿਪਰਾਂ ਲੱਗੀਆਂ ਹੋਈਆਂ ਨੇ। ਤੋ ਮਹਾਰਾਜ ਜੀ ਦਾ ਇਹ ਜਗ੍ਹਾ, ਇਹ ਅਸਥਾਨ ਜਦੋਂ ਉਹ ਗਏ ਤੇ ਕਹਿੰਦੇ ਨੇ ਉਸ ਤੋਂ ਬਾਅਦ ਬਾਸਰ ਕੇ ਵਿਖੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿਰ ਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਥ ਰੱਖਿਆ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਮੈਂ ਇਹ ਬੇਨਤੀ ਕਰਨ ਲੱਗਾ ਸੀ ਕਿ ਸੱਚਖੰਡ ਦਰਬਾਰ ਸਾਹਿਬ ਵਿਖੇ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, 8 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ, ਆਹ ਸ਼ਬਦ ਜਿਹੜੇ ਸਨ, ਇਹ ਕਹਿੰਦੇ ਅਕਸਰ ਬਾਰ-ਬਾਰ ਪੜ੍ਹਦੇ ਸਨ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੈ, ਹਮ ਰੁਲਤੇ ਫਿਰਤੇ। ਕਹਿੰਦੇ ਇਹ ਸ਼ਬਦ ਜਿਹੜੇ ਸੀ ਬਾਰ-ਬਾਰ ਗੁਰੂ ਰਾਮਦਾਸ ਮਹਾਰਾਜ ਇਸ ਦਰਬਾਰ ਸਾਹਿਬ ਵਾਲੇ ਅਸਥਾਨ ਤੇ ਬੈਠ ਕੇ ਗਾਉਂਦੇ ਸਨ। ਬੈਰਾਗ ਦੇ ਵਿੱਚ ਉਹਨਾਂ ਦੀਆਂ ਅੱਖਾਂ ਸੇਜਲ ਹੋ ਜਾਂਦੀਆਂ ਸਨ, ਕਿਉਂਕਿ ਆਪਣੀ ਬਿਦ ਨੂੰ ਉਹ ਆਪ ਹੀ ਜਾਣਦੇ ਸਨ। ਐਸੇ ਸਮੇਂ 7 ਸਾਲ ਦੀ ਉਮਰ ਦੇ ਵਿੱਚ ਜਦੋਂ ਇਹੋ ਜਿਹਾ ਭਾਣਾ ਵਰਤ ਜਾਵੇ ਤੇ ਬੱਚਿਆਂ ਵਾਸਤੇ ਕੋਈ ਰਾਹ ਨਹੀਂ ਰਹਿ ਜਾਂਦਾ, ਜਾਂ ਚੋਰੀਆਂ ਕਰਨ ਲੱਗ ਪੈਂਦੇ ਨੇ, ਸਹੀ ਰਾਹ ਨਾ ਮਿਲੇ, ਕੋਈ ਪਾਲਣ ਪੋਸ਼ਣ ਵਾਲਾ, ਕੋਈ ਬਜ਼ੁਰਗ ਨਾਲ ਨਾ ਹੋਵੇ, ਗਲਤ ਰਾਹ ਤੇ ਤੁਰ ਪੈਂਦੇ ਨੇ। ਪਰ ਕਿਰਤ ਦਾ, ਘੁੰਗਣੀਆਂ ਵੇਚਣ ਦਾ ਰਾਹ ਅਪਣਾ ਕੇ ਸੰਸਾਰ ਦਾ ਰਾਹ ਰੌਸ਼ਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਕੀਤਾ ਕਿ ਕਿਸੇ ਗਲਤ ਰਾਹ ਤੇ ਨਾ ਬੱਚੇ ਹੋ ਜਾਣਾ। ਕਿਰਤ ਦੇ ਰਾਹ ਦੇ ਉੱਪਰ, ਕੀਰਤੀ ਦੇ ਰਾਹ ਉੱਪਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਾਇਆ। ਤਾਂ ਹੀ ਆ ਜੀਵਨ ਜਿਹੜਾ ਹੈ, ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋਂ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪਏ। ਇੱਕ ਜਥੇਬੰਦੀ ਦਾ ਅਸਥਾਨ, ਰਾਜਧਾਨੀ, ਸਿੱਖ ਕੌਮ ਦੀ ਰਾਜਧਾਨੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ, ਸ਼੍ਰੀ ਅੰਮ੍ਰਿਤਸਰ ਸਾਹਿਬ। ਇਹ ਸਾਡੀ ਰਾਜਧਾਨੀ ਹੈ, ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ। ਗ੍ਰਸਥ ਜੀਵਨ 4 ਲਾਵਾਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀਆਂ, ਅਥਾਹ ਬਾਣੀ ਦਾ ਭੰਡਾਰ ਖਜ਼ਾਨਾ ਸਾਡੀ ਝੋਲੀ ਵਿੱਚ ਪਾਇਆ, ਜੀਵਨ ਸਫ਼ਰ ਦੇ ਪਾਰ ਉਤਾਰੇ ਦੇ ਲਈ ਇਹ ਤੋਸਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਗੁਰੂ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ ਮਿਹਰ ਹੈ। ਤਾਂ ਹੀ ਤੇ ਇਹ ਮਿਹਰ ਨੂੰ ਹੀ ਤੇ ਵੇਖਿਆ ਸੀ ਤੇ ਭੱਟਾਂ ਨੇ ਆਖਿਆ ਕਿ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਅਰਦਾਸ ਭੱਟਾਂ ਨੇ ਕੀਤੀ। ਤੋ ਅਕਬਰ
ਬਾਦਸ਼ਾਹ ਉਹਦੇ ਵੀ ਦਰਬਾਰ ਦੇ ਵਿੱਚ ਇੱਕ ਸਿੱਖ ਦੇ ਰੂਪ ਦੇ ਵਿੱਚ ਪਿਤਾ ਗੁਰੂ ਦੇ ਭੇਜੇ ਹੋਏ ਉਹਦੀ ਤਸੱਲੀ ਕੀਤੀ ਜਦੋਂ ਗੁਰੂ ਘਰ ਦੇ ਵਿਰੁੱਧ ਪ੍ਰਚਾਰ ਪ੍ਰਸਾਰ ਹੋਇਆ। ਬੜੀ ਤਕੜੀ ਜ਼ਿੰਮੇਵਾਰੀ ਬਣਾਈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਤਿਗੁਰੂ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾਂ ਦਾ ਵੀ ਵਿਆਖਿਆ ਕੀਤੀ। ਕਿਤੇ ਲੋਕੋ ਹਰਿਦੁਆਰ ਜਾਂ ਕੁਰੂਕਸ਼ੇਤਰ ਤੇ ਗੁਰੂ ਪਿਤਾ ਜੀ ਗੁਰੂ ਅਮਰਦਾਸ ਜੀ ਗਏ ਨੇ, ਇਹ ਨਾ ਸਮਝਿਓ ਕਿ ਤੀਰਥਾਂ ਦੇ ਉਹ ਇਸ਼ਨਾਨ ਕਰਨ ਗਏ ਨੇ, ਲੋਕਾਂ ਦਾ ਉਧਾਰ ਕਰਨ ਗਏ ਨੇ ਉੱਥੇ ਜਿਹੜੇ ਭੁੱਲੇ ਭਟਕੇ ਨੇ ਸਹੀ ਜੀਵਨ ਰਾਹ ਤੋਂ। ਇਹ ਵੀ ਉਹਨਾਂ ਨੇ ਜਿਹੜਾ ਫਲਸਫਾ ਸਾਡੇ ਸਾਹਮਣੇ ਰੱਖਿਆ। ਤੋ ਅਪਾਰ ਕਿਰਪਾ ਹੈ। ਅਕਬਰ ਬਾਦਸ਼ਾਹ ਨੇ ਇੱਕ ਵਾਰ ਲਾਹੌਰ ਆਇਆ ਸੀ ਤੇ ਕਿਹਾ ਸੀ ਕਿ ਮੈਂ ਕੋਈ ਇਹੋ ਜਿਹੀ ਸ਼ਖਸੀਅਤ ਹੈ ਜਿਹੜੀ ਬੇਲਾਗ ਹੋਵੇ, ਜਿਹਨੂੰ ਰਤਾ ਭਰ ਵੀ ਕਿਸੇ ਤਰ੍ਹਾਂ ਦਾ ਲੋਭ ਲਾਲਚ ਨਾ ਹੋਵੇ। ਤਾਂ ਕਿਸੇ ਸਿੱਖ ਨੇ ਦੱਸਿਆ ਸੀ ਕਿ ਉਹ ਗੁਰੂ ਰਾਮਦਾਸ ਜੀ ਨੇ। ਉਹਨਾਂ ਨੇ ਕਿਹਾ ਮੈਂ ਦਰਸ਼ਨ ਕਰਨਾ ਚਾਹੁੰਦਾ ਹਾਂ। ਉਹਨਾਂ ਨੇ ਕਿਹਾ ਤੁਸੀਂ ਮਿਲ ਚੁੱਕੇ ਹੋ। ਉਹ ਉਸ ਵੇਲੇ ਚੱਲ ਕੇ ਸ਼੍ਰੀ ਅੰਮ੍ਰਿਤਸਰ ਆਇਆ ਅਕਬਰ ਬਾਦਸ਼ਾਹ, ਔਰ ਉਸ ਸਮੇਂ ਇਹ 1559 ਦੀ ਗੱਲ 69 ਦੀ ਗੱਲ ਹੈ ਇਤਿਹਾਸ ਦੇ ਵਿੱਚ। ਉਸ ਜਿਸ ਵੇਲੇ ਬਾਦਸ਼ਾਹ ਅਕਬਰ ਆਇਆ, ਮੈਂ 2 ਮਿੰਟ 'ਚ ਕਹਿ ਕੇ ਫਤਿਹ ਬੁਲਾਉਣ ਲੱਗਾ ਹਾਂ। ਬਾਦਸ਼ਾਹ ਅਕਬਰ ਨੇ 101 ਮੋਹਰਾਂ ਗੁਰੂ ਰਾਮਦਾਸ ਜੀ ਦੇ ਅੱਗੇ ਰੱਖੀਆਂ ਤੇ ਉਹ ਮੋਹਰਾਂ ਉਸੇ ਵੇਲੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਗਰੀਬਾਂ ਦੇ ਵਿੱਚ ਵੰਡ ਦਿੱਤੀਆਂ। ਹੋਰ ਵੀ ਬਹੁਤ ਕੁਛ ਪਾਤਸ਼ਾਹ ਦੇ ਅੱਗੇ ਅਕਬਰ ਬਾਦਸ਼ਾਹ ਨੇ ਭੇਟਾ ਕੀਤਾ। ਉਹਨਾਂ ਨੇ ਕਿਹਾ ਤੁਹਾਡੇ ਲਈ ਹੈ। ਸਤਿਗੁਰਾਂ ਨੇ ਕਿਹਾ ਨਹੀਂ, ਸਾਡਾ ਜਿਹੜਾ ਹੈ ਇਹਦੇ ਨਾਲ ਕੋਈ ਰੋਹ ਵਾਸਤਾ ਨਹੀਂ ਹੈ। 12 ਪਿੰਡਾਂ ਦੀ ਜਿਹੜੀ ਜ਼ਮੀਨ ਸੀ ਨਾ, ਉਹਦਾ ਪਟਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਰੱਖਿਆ ਅਕਬਰ ਨੇ। ਉਹਨਾਂ ਨੇ ਕਿਹਾ ਇਹ ਜਿਹੜੀ ਗੁਰੂ ਘਰ ਦਾ ਲੰਗਰ ਚੱਲ ਰਿਹਾ ਹੈ, ਇਹ ਜੋ ਕੁਛ ਵੀ ਚੱਲ ਰਿਹਾ ਹੈ, ਇਹ ਸੰਗਤ ਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਇਹ ਕਿਸੇ ਬਾਦਸ਼ਾਹ ਦੀ ਜ਼ਗੀਰ ਨਹੀਂ ਬਣ ਸਕਦਾ। ਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੇਲਾਗ ਬਚਨ ਕਹੇ ਸਨ ਤੇ ਉਹ ਪਟਾ ਜਿਹੜਾ ਸੀ ਵਾਪਸ ਕਰ ਦਿੱਤਾ ਸੀ। ਇਹ ਜਿਹੜਾ ਗੁਰੂ ਨਗਰ ਹੈ ਨਾ ਅੰਮ੍ਰਿਤਸਰ, ਇਹ ਤੁੰਗ ਪਿੰਡ, ਸੁਲਤਾਨ ਪਿੰਡ, ਇਹ ਪਿੰਡਾਂ ਦੀ ਜ਼ਮੀਨ ਜਿਹੜੀ ਜ਼ਿਮੀਂਦਾਰਾਂ ਤੋਂ ਕੋਲੋਂ ਗਸਟੀਅਰ ਦੇ ਵਿੱਚ ਲਿਖਿਆ ਹੈ ਗੁਰੂ ਰਾਮਦਾਸ ਜੀ ਨੇ ਉਸ ਵੇਲੇ 700 ਅਕਬਰੀ ਮੋਹਰਾਂ ਜਿਹੜੀਆਂ ਸਨ ਉਹਨਾਂ ਦੇ ਬਦਲੇ ਖਰੀਦੀ ਹੋਈ ਜ਼ਮੀਨ ਦੇ ਉੱਪਰ ਇਹ ਨਗਰੀ ਵਸਾਈ ਹੈ, ਕਿਸੇ ਬਾਦਸ਼ਾਹ ਦੀ ਜ਼ਗੀਰ ਨਹੀਂ ਹੈ। ਤੋ ਗੁਰੂ ਰਾਮਦਾਸ ਜੀ ਦੀ ਬੜੀ ਬੇਅੰਤ ਕਿਰਪਾ ਹੈ, ਬੇਅੰਤ ਬਖਸ਼ਿਸ਼ ਹੈ। ਅਕਬਰ ਨੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਆਖਿਆ ਧੰਨ ਹੋ ਤੁਸੀਂ ਜਿਹੜੇ ਬੇਲਾਗ ਹੋ, ਜਿਨ੍ਹਾਂ ਨੂੰ ਰੰਚਕ ਮਾਤਰ ਵੀ ਲੋਭ ਲਾਲਚ ਨਹੀਂ ਹੈ, ਜਿਹੜੇ ਉਚੇਰੇ ਹੋ ਮਾਇਆ ਤੋਂ। ਸੋ ਸਤਿਗੁਰੂ ਐਸੇ ਦੀਨ ਦਿਆਲ, ਤਾਂ ਹੀ ਤੇ ਅਸੀਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। हे ਵਾਹਿਗੁਰੂ ਤੂੰ ਅਟਲ ਹੈ, ਅਥਾ ਹੈ, ਅਤੋਲ ਹੈ, ਤੇਰਾ ਕੋਈ ਅੰਤ ਪਾਰਾਵਾਰ ਨਹੀਂ ਹੈ। ਸੋ ਸਤਿਗੁਰੂ ਕਿਰਪਾ ਕਰਨ। ਗੁਰੂ ਰਾਮਦਾਸ ਮਹਾਰਾਜ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਾਰੀਆਂ ਸੰਗਤਾਂ ਨੂੰ, ਦੇਸ਼ਾਂ ਵਿਦੇਸ਼ਾਂ ਦੀਆਂ ਇੱਥੇ ਬੈਠੀਆਂ ਸੰਗਤਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਨੇ। ਸਤਿਗੁਰੂ ਕਿਰਪਾ ਕਰਨ ਸਾਡੇ ਜੀਵਨ ਵਿੱਚ ਉਹਨਾਂ ਦੀ ਸਿੱਖਿਆ ਉਪਦੇਸ਼ ਬਾਣੀ ਵਸ ਜਾਵੇ ਤੇ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਵੇ। ਭੁੱਲਾਂ ਦੀ ਖਿਮਾ ਵਿਚਾਰਾਂ ਕਰਦਿਆਂ ਫਤਿਹ ਦੀ ਸਾਂਝ ਕਰੋ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।